देश दुनिया च वसते पंजाबियों को खुश आमदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट हरजीत भास्कर जी और इंद्रप्रीत जी। दोनों को जी आया। बहुत बहुत शुक्रिया रंधावा जी। साਰਿਆਂ ਨੂੰ सत श्री अकाल जी। सब तो पहला शुरू करते हैं, कौन होणगे पंजाब के नवे प्रशासनिक मुखी? किनू जवाबदेह होएगी सारी सरकारी मशीनरी, ब्यूरोक्रेट्स? ਜਿਹੜੀ चिट्ठी मुख ਸਕੱਤਰ ਦੇ ਕਾਰਜਕਾਲ ਦੇ ਵਾਧੇ ਨੂੰ ਲੈ ਕੇ ਕੇਂਦਰ ਨੂੰ ਲਿਖੀ ਗਈ ਆ, ਅਗਲੇ ਉਧਰੋਂ ਕੋਈ ਜਵਾਬ ਨਹੀਂ ਭੇਜ ਰਹੇ, ਤੇ ਜਿਹੜੀ ਉਹਨਾਂ ਨੇ ਡੀਜੀਪੀ ਨਿਯੁਕਤ ਕਰਨ ਸੰਬੰਧੀ ਇੱਧਰ ਭੇਜੀ ਹੋਈ ਆ, ਇਧਰੋਂ ਕੋਈ ਜਵਾਬ ਨਹੀਂ ਜਾ ਰਿਹਾ। ਚਿੱਠੀਆਂ ਫਸ ਗਈਆਂ ਰਾਹ ਦੇ ਵਿੱਚ। ਗੱਲ ਇਹਦੇ ਤੇ ਕਰਦੇ ਆ। ਦੂਜਾ ਮਾਮਲਾ, ਭਾਵਨਾ ਕਿਸ਼ੋਰ, ਭਾਵਨਾ ਗੁਪਤਾ, ਦਿੱਲੀ ਦੀ ਉਹ ਪੱਤਰਕਾਰ ਜਿਹਨੂੰ ਲੁਧਿਆਣੇ ਦੇ ਵਿੱਚ ਬੁੱਕ ਕੀਤਾ ਗਿਆ ਸੀਗਾ, ਉਹਦੇ ਸੰਬੰਧੀ ਹਾਈ ਕੋਰਟ 'ਚ ਸੁਣਵਾਈ ਹੁੰਦੀ ਆ। ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ, ਜਿੱਥੇ ਡੀਜੀਪੀ ਸਾਹਿਬ ਬਜਾਤੇ ਖੁਦ ਪੇਸ਼ ਹੁੰਦੇ ਆ। ਇੱਕ ਹੋਰ ਸੁਣਵਾਈ ਦੇ ਵਿੱਚ ਡੇਰਾ ਸਿਰਸਾ ਦੇ ਮੁਖੀ ਨੂੰ ਸੀਬੀਆਈ ਵੱਲੋਂ ਪੇਸ਼ ਕਲੋਜ਼ਰ ਰਿਪੋਰਟ ਦੇਣ ਦਾ ਹੁਕਮ ਹੁੰਦਾ ਹੈ। ਤੇ ਜੇ ਥੋੜਾ ਜਿਹਾ ਅੱਗੇ ਜਾਂਦੇ ਆ ਤਾਂ ਇੱਕ ਮੰਤਰੀ, ਭਾਰੀ ਭਰਕਮ ਮੰਤਰੀ ਪੰਜਾਬ ਦੇ, ਉਹਨਾਂ ਨਾਲ ਯੂਨੀਅਨ ਦੀ ਮੀਟਿੰਗ 'ਚ ਪੁਲਿਸ ਕਿਉਂ ਬੁਲਾਉਣੀ ਪੈ ਗਈ? ਇਹ ਵੀ ਸਵਾਲ ਨੂੰ ਐਡਰੈਸ ਕਰਦੇ ਆ। ਜੰਜੂਆ ਸਾਹਿਬ ਇੱਕ ਵਾਰੀ ਫਿਰ ਪੱਤਰ ਖਿਸਕਾ ਦਿੰਦੇ ਵਿਭਾਗੀ ਮੁਖੀਆਂ ਨੂੰ, 15 ਦਿਨਾਂ ਦੇ ਵਿੱਚ ਵਿਜੀਲੈਂਸ ਨੂੰ ਦਿਓ ਜਾਣਕਾਰੀਆਂ ਜਿਹੜੀਆਂ ਮੰਗਦੇ, ਵਰਨਾ ਅੱਗੇ ਚੱਲਦੇ ਆ। ਇਹਦੇ ਨਾਲ ਹੀ ਚੱਲਾਂਗੇ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਨੇ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ, ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਨੇ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ ਆਪਣੀ ਤਾਲ ਠੋਕਤੀ ਹੈ। ਇਹ ਸਾਰੇ ਸਵਾਲਾਂ ਦੇ ਸਨਮੁਖ ਇੰਦਰਪ੍ਰੀਤ ਜੀ ਕੋਲ ਜਾਂਦੇ ਆ। ਇੰਦਰਪ੍ਰੀਤ ਜੀ, ਇਧਰੋਂ ਗਈ ਚਿੱਠੀ ਨਹੀਂ ਮੁੜਦੀ ਤੇ ਉਧਰੋਂ ਆਈ ਚਿੱਠੀ ਨਹੀਂ ਮੁੜਦੀ। ਇਹ ਚਿੱਠੀਆਂ ਰਾਹ 'ਚ ਫਸ ਜਾਂਦੀਆਂ ਤੇ ਸਾਡੇ ਅਧਿਕਾਰੀ ਟੰਗੇ ਰਹਿ ਜਾਂਦੇ। ਦੱਸਿਓ ਕਿਹੜੇ ਕਿਹੜੇ ਬੈਚ ਦੇ ਅਧਿਕਾਰੀ ਚੀਫ ਸੈਕਟਰੀ ਬਣਨ ਲਈ ਪਰਤੋਲ ਰਹੇ ਨੇ, ਲਾਈਨ 'ਚ ਲੱਗੇ ਹੋਏ ਨੇ? ਕਿੰਨੇ ਕੁ ਡੈਪੂਟੇਸ਼ਨ ਤੇ ਨੇ, ਕਿੰਨੇ ਕੁ ਜੰਜੂਆ ਸਾਹਿਬ ਦੀ ਥਾਂ ਲੈਣ ਨੂੰ ਕਾਲੇ ਨੇ? ਜੰਜੂਆ ਸਾਹਿਬ ਕੇ ਛੱਡ ਕੇ ਜਾਣ ਲਈ ਦਿਲ ਨਹੀਂ ਮੰਨਦਾ, ਦਿਲ ਹੈ ਕਿ ਮਾਨਤਾ ਨਹੀਂ। ਗੱਲ ਤੋਰ ਦਿਓ। ਰੰਧਾਵਾ ਸਾਹਿਬ, ਪੰਜਾਬ ਦੇ ਜਿਹੜੇ ਮੁੱਖ ਸਕੱਤਰ ਹੈਗੇ ਆ ਵੀਕੇ ਜੰਜੂਆ, ਉਹਨਾਂ ਨੂੰ 1 ਸਾਲ ਦੀ ਐਕਸਟੈਂਸ਼ਨ ਦੇਣ ਲਈ 1.5 ਮਹੀਨਾ ਪਹਿਲਾਂ ਪੰਜਾਬ ਸਰਕਾਰ ਨੇ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਸੀ। ਅੱਜ 1.5 ਮਹੀਨਾ ਤੁਸੀਂ ਦੇਖੋ ਹੋ ਗਿਆ ਇਸ ਗੱਲ ਤੇ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਦੇਣੀ ਹੈ ਜਾਂ ਨਹੀਂ ਦੇਣੀ। ਇਹ ਵੀ ਨਹੀਂ ਕਿਹਾ ਕਿ ਨਹੀਂ ਦੇਣੀ, ਮਤਲਬ ਉਹ ਵੀ ਚੁੱਪ ਵੱਟੀ ਬੈਠੇ ਆ। ਸੋ ਇਹ ਪੋਲੀਟੀਕਲ ਸਰਕਲ 'ਚ ਵੀ ਔਰ ਬਿਊਰੋਕ੍ਰੈਟਿਕ ਸਰਕਲ 'ਚ ਵੀ ਇਸ ਗੱਲ ਦੀ ਪੂਰੀ ਉਹ ਸੀ ਵੀ ਉਹਨਾਂ ਨੂੰ ਸ਼ਾਇਦ ਨਾ ਮਿਲੇ, ਕਿਉਂਕਿ ਜਿਸ ਤਰ੍ਹਾਂ ਦਾ ਸੈਂਟਰ ਗਵਰਨਮੈਂਟ ਦਾ ਇਸ ਟਾਈਮ ਪੰਜਾਬ ਪ੍ਰਤੀ ਵਿਵਹਾਰ ਹੈ ਜਾਂ ਸਾਡਾ ਉਹਨਾਂ ਪ੍ਰਤੀ ਜੋ ਵਿਵਹਾਰ ਹੈ, ਉਹ ਦੋਨੋਂ ਹੀ ਇੰਨੇ ਮਤਲਬ ਕੜਵਾਹਟ ਭਰੇ ਨੇ ਕਿ ਕੋਈ ਵੀ ਤੁਸੀਂ ਉਸ ਇਮਦਾਦ ਦੀ ਆਸ ਰੱਖ ਨਹੀਂ ਸਕਦੇ। ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਇਹ ਵਾਲਾ ਇਸ਼ੂ ਵੀ ਹੈਗਾ, ਇਹ ਉਸੇ 'ਚ ਹੀ ਟੰਗਿਆ ਜਾਣਾ ਹੈ। ਹੈ ਨਹੀਂ ਹੈ ਕਿ ਪਹਿਲਾਂ ਅਫਸਰਾਂ ਨੂੰ ਐਕਸਟੈਂਸ਼ਨਾਂ ਨਹੀਂ ਮਿਲਦੀਆਂ ਹੈਗੀਆਂ, ਪਹਿਲਾਂ ਮਿਲੀਆਂ ਹੋਈਆਂ, ਕਈ ਸਟੇਟਾਂ ਨੇ ਦਿੱਤੀਆਂ ਨੇ। ਮੁੱਖ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਕਈ ਅਫਸਰਾਂ ਨੂੰ ਦਿੱਤੀਆਂ ਹੋਈਆਂ ਨੇ ਜਿਹੜੇ ਉਹਨਾਂ ਦੇ ਉਸ 'ਚ ਲੱਗੇ ਹੋਏ ਨੇ, ਚਾਹੇ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਹੋਣ ਜਾਂ ਹੋਰ ਹੋਣ, ਸਾਰੇ ਲੱਗੇ ਹੋਏ ਨੇ। ਈਵਨ ਰॉ ਦੇ ਵਿੱਚ ਸਾਮੰਤ ਗੋਇਲ ਹੈਗੇ ਨੇ, ਉਹ 2 ਵਾਰ ਐਕਸਟੈਂਸ਼ਨ ਲੈ ਚੁੱਕੇ ਹੈ। ਸੀਬੀਆਈ ਦੇ ਵਿੱਚ ਪਹਿਲਾਂ ਸੀਗੇ, ਉਹ ਵੀ ਲੈ ਚੁੱਕੇ ਹੈ। ਈਡੀ ਵਾਲੇ ਤਾਂ ਉਹਨਾਂ ਨੂੰ ਤਾਂ ਫਟਕਾਰ ਹੀ ਇਸ ਗੱਲ ਤੇ ਪਈ ਹੈ ਵੀ ਤੁਸੀਂ ਇਹਨਾਂ ਨੂੰ ਕਿਉਂ ਬਾਰ-ਬਾਰ ਦੇਈ ਜਾ ਰਹੇ ਹੋ। ਸੋ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਵੀ ਐਕਸਟੈਂਸ਼ਨਾਂ ਈਜ਼ੀਲੀ ਮਿਲ ਜਾਂਦੀਆਂ ਨੇ, ਪਰ ਇੱਥੇ ਪ੍ਰੋਬਲਮ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਹਦਾ ਬੀਜੇਪੀ ਦੇ ਨਾਲ ਇਸ ਟਾਈਮ 36 ਦਾ ਅੰਕੜਾ ਹੋਇਆ ਪਿਆ। ਮੈਨੂੰ ਲੱਗਦਾ ਉਸ ਨੂੰ ਲੈ ਕੇ ਨਹੀਂ ਹੋਏਗਾ। ਅਦਰਵਾਈਜ਼ ਵੀ ਪੰਜਾਬ ਦੇ ਪ੍ਰਤੀ ਇਸ ਟਾਈਮ ਜਿਹੜਾ ਕੇਂਦਰ ਸਰਕਾਰ ਦਾ ਵਿਵਹਾਰ ਹੈ, ਉਹ ਕੋਈ ਬਹੁਤਾ ਚੰਗਾ ਨਹੀਂ ਹੈ। ਤੁਸੀਂ ਦੇਖੋ, ਸਾਡਾ RDF ਦਾ 3600 ਕਰੋੜ ਰੁਪਇਆ ਸਟੈਚੂਰੀ ਫੰਡ ਹੋਣ ਦੇ ਬਾਵਜੂਦ ਨਹੀਂ ਦਿੱਤਾ ਜਾ ਰਿਹਾ। ਠੀਕ ਹੈ, ਉਸ ਤੋਂ ਬਾਅਦ ਹੁਣ ਇਹ ਉਹਨਾਂ ਨੇ ਵੀ ਇੱਕ ਚਿੱਠੀ ਪਾਈ ਹੈ, ਹੋਮ ਮਿਨਿਸਟਰੀ ਨੇ ਇੱਕ ਪਾਈ ਸੀ ਚਿੱਠੀ ਪਿੱਛੇ ਜੇ, ਕਿ ਤੁਸੀਂ ਪਿਛਲੇ ਕਈ ਮਹੀਨਿਆਂ ਤੋਂ ਕਾਰਜਕਾਰੀ ਡੀਜੀਪੀ ਹੀ ਲਗਾ ਰੱਖਿਆ, ਉਹਨੂੰ ਰੈਗੂਲਰ ਕਿਉਂ ਨਹੀਂ ਕਰ ਰਹੇ, ਉਹਦੇ ਲਈ ਪੈਨਲ ਭੇਜੋ। ਉਸ ਦੇ ਉੱਤੇ ਇਹਨਾਂ ਨੇ ਵੀ, ਮੇਰੇ ਖਿਆਲ ਉਹਨੂੰ ਤਾਂ ਸ਼ਾਇਦ 2 ਮਹੀਨੇ ਤੋਂ ਉੱਤੇ ਹੋ ਗਿਆ ਭੇਜੇ ਚਿੱਠੀ ਆਈ ਹੋਈ ਨੂੰ। 2 ਮਹੀਨੇ ਤੋਂ ਕੋਈ ਜਵਾਬ ਸਾਡੀ ਗਵਰਨਮੈਂਟ ਵੱਲੋਂ ਵੀ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ। ਉਹ ਕਹਿਣਗੇ ਅਸੀਂ ਕਹਿ ਰਹੇ ਅਸੀਂ ਇਸੇ ਨਾਲ ਹੀ ਚਲਾਵਾਂਗੇ। ਸੋ ਇਸ ਦੇ ਵਿੱਚ ਜਿਹੜਾ ਇਹ ਮਾਹੌਲ ਹੈ, ਮਾਹੌਲ ਬੜਾ ਕੜਵਾਹਟ ਭਰਾ ਹੋ ਗਿਆ ਦੋਨਾਂ ਸਾਈਡ। ਉਹ 'ਚ ਸਾਨੂੰ ਨੁਕਸਾਨ ਵੀ ਬਹੁਤ ਹੋਈ ਜਾ ਰਿਹਾ ਹੈ। तो दूजी गल जिहड़ी तुसीं पुछी कि अगर एक्सटेंशन नहीं मिलती, मैं ये गल तुहाडे तो लेना है कि कौन कौन लाइन च हो सकदे जे जंजूआ साहब ना होण। मैं पहली गल ते आउणा चाहुंदा, दिलचस्पी इस गल च है कि पोलिटिकल विरोधताइयां दे बावजूद
ਇੱਕ ਰਿਸ਼ਤੇ ਅਫਸਰਾਂ ਨਾਲ ਕੇਂਦਰ ਰੱਖਦਾ ਹੁੰਦਾ। ਮੈਂ ਜੇ ਗਲਤ ਨਹੀਂ ਤਾਂ ਜਿੰਨੀ ਮੇਰੀ ਜਾਣਕਾਰੀ ਹੈ, ਪਿਛਲੇ ਕਈ ਡੀਜੀਪੀਜ਼ ਤੋਂ ਲੈ ਕੇ ਕਈ ਚੀਫ ਸੈਕਟਰੀਜ਼ ਨਾਲ ਸਿੱਧੇ ਤਾਲੁਕਾਤ ਦੇ ਵਿੱਚ ਕੇਂਦਰੀ ਮਸ਼ੀਨਰੀ ਰਹਿੰਦੀ ਆ, ਔਰ ਬੜੀ ਵਾਰੀ ਜਿਹੜੀ ਸਟੇਟ ਦੀ ਮਸ਼ੀਨਰੀ ਆ, ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਕੇਂਦਰ ਤੋਂ ਡਿਕਟੇਸ਼ਨ, ਕੇਂਦਰ ਤੋਂ ਗਾਈਡਲਾਈਨਸ ਲੈਂਦੇ ਵੀ ਰਹੇ ਆ, ਔਰ ਉਹਨਾਂ ਨੂੰ ਬਹੁਤੀ ਵਾਰੀ ਪੋਲੀਟੀਕਲ ਰਿਸ਼ਤੇ ਰੱਖਣ ਦੀ ਲੋੜ ਨਹੀਂ ਪੈਂਦੀ, ਉਹ ਸਿੱਧੇ ਅਫਸਰਾਂ ਰਾਹੀਂ ਆਪਣੀ ਚਲਾ ਲੈਂਦੇ ਨੇ। ਹੁਣ ਇਹ ਵੇਖਣ ਵਾਲੀ ਗੱਲ ਆ ਕਿ ਜੰਜੂਆ ਸਾਹਿਬ ਕੇਂਦਰ ਦੇ ਉਹਨਾਂ ਘੇਰਿਆਂ 'ਚ ਕਿੰਨੇ ਕੁ ਜ਼ਿਆਦਾ ਪ੍ਰਵਾਨਿਤ ਨੇ, ਉਹਨਾਂ ਦੇ ਕਿੰਨੇ ਕੁ ਓਬੀਡੀਐਂਟ ਨੇ, ਸਵਾਲ ਇਹ ਆ। ਹੁਣ ਜੰਜੂਆ ਸਾਹਿਬ ਦੀ ਹੋਣੀ ਇਸ ਗੱਲ ਤੇ ਨਿਰਭਰ ਹੈ ਕਿ ਉਹਨਾਂ ਨੂੰ ਉੱਥੇ ਕਿਵੇਂ ਦੇਖਿਆ ਜਾ ਰਿਹਾ, ਤੇ ਉਹਨਾਂ ਤੋਂ ਬਾਅਦ ਕੌਣ ਹੈ ਜਿਹੜਾ ਉਹਨਾਂ ਦਾ ਹਰਮਨ ਪਿਆਰਾ ਹੈ, ਕਿਹਨੂੰ ਦੇਸ਼ ਦੀਆਂ ਸਰਵਉੱਚ ਜਿੰਨੀਆਂ ਅਦਾਰੇ ਨੇ ਜਿਨ੍ਹਾਂ ਦੇ ਰੋਜ਼ ਸੰਪਰਕ ਰਹਿੰਦਾ, ਬਾਰਡਰ ਸਟੇਟ ਹੋਣ ਕਰਕੇ ਉਹਨਾਂ ਨੂੰ ਕੌਣ ਮਨ ਪਾਉਂਦਾ ਹੈ। ਵੈਸੇ ਜੇ ਜੰਜੂਆ ਸਾਹਿਬ ਨੂੰ ਨਹੀਂ ਐਕਸਟੈਂਸ਼ਨ ਦੇਣਗੇ ਤੇ ਐਡੀ ਕਿਹੜੀ ਗੱਲ, ਅਗਲੇ ਇੱਥੇ ਚੀਫ ਪ੍ਰਿੰਸੀਪਲ ਸੈਕਟਰੀ ਲਾਉਣ ਨੂੰ ਤਿਆਰ ਬੈਠੇ ਹੋਣਗੇ। ਪਰ ਕੀ ਅੱਜ ਤੱਕ ਕੋਈ ਚੀਫ ਸੈਕਟਰੀ ਰਿਟਾਇਰ ਹੋ ਕੇ ਤੇ ਅਗਲੇ ਬੰਨੇ ਜਾ ਕੇ ਚੀਫ ਪ੍ਰਿੰਸੀਪਲ ਸੈਕਟਰੀ ਲੱਗ ਸਕਦਾ? ਇਹ ਸਵਾਲ ਵੀ ਵੱਡਾ ਹੈ ਕਿ ਇਹਦੇ ਵਿੱਚ ਕੋਈ ਮਰਿਆਦਾ ਤਾਂ ਨਹੀਂ ਆੜੇ ਆਉਂਦੀ। ਇਹ ਵੀ ਸਵਾਲ ਆ ਕਿ ਕਿਸੇ ਕਮਿਸ਼ਨ ਦੇ ਵਿੱਚ ਫਿੱਟ ਕਰ ਦਿਓਗੇ, ਪਰ ਉੱਥੇ ਤਾਂ ਨੁਕਰੇ ਲੱਗਣ ਵਾਲੀ ਗੱਲ ਹੈ, 4-5 ਸਾਲ ਦੀ ਕੁਰਸੀ ਤੇ ਬਹਿ ਕੇ ਆ ਜਾਣ ਵਾਲੀ ਗੱਲ ਆ। ਸਵਾਦ ਕਿੱਥੇ ਆ? ਪ੍ਰਸ਼ਾਸਨਿਕ ਹੈੱਡ ਹੋਣ ਦਾ ਸਵਾਦ ਕਿੱਥੇ? ਹੁਣ ਦੱਸੋ ਬੈਚਾਂ ਦੇ ਹਿਸਾਬ ਨਾਲ 90 92 ਕਿਹੜੇ ਬੈਚ ਜਿਹੜੇ ਆ ਉਹ ਲਾਈਨ 'ਚ ਲੱਗੇ, ਮੈਨੂੰ ਤਾਂ ਕੋਈ ਅਲਜਬਰਾ ਸਮਝ ਨਹੀਂ ਆਉਂਦਾ। ਰੰਧਾਵਾ ਸਾਹਿਬ ਇਸ ਟਾਈਮ ਦੇਖੋ ਸਭ ਤੋਂ ਸੀਨੀਅਰ ਜਿਹੜੇ ਹੈਗੇ ਨੇ ਉਹ ਵਿਨੀ ਮਹਾਜਨ ਨੇ, ਜਿਹੜੇ ਆਲਰੇਡੀ ਚੀਫ ਸੈਕਟਰੀ ਸਾਡੇ ਇੱਥੇ ਰਹਿ ਚੁੱਕੇ ਤੇ ਹੁਣ ਅੱਜ ਕੱਲ 87 ਬੈਚ ਦੇ ਨੇ, ਔਰ ਉਹ ਸੈਂਟਰ ਡੈਪੂਟੇਸ਼ਨ ਤੇ ਹੈਗੇ ਆ। ਉਸ ਤੋਂ ਬਾਅਦ ਅੰਜਲੀ ਭਾਵੜਾ ਮੈਡਮ ਹੈਗੇ ਆ, ਉਹ 88 ਬੈਚ ਨੇ, ਉਹ ਵੀ ਸੈਂਟਰ ਡੈਪੂਟੇਸ਼ਨ ਤੇ ਹੈ। ਇੱਕ ਮੈਡਮ ਰਵਨੀਤ ਕੌਰ ਸੀ, ਉਹਨਾਂ ਨੇ VRS ਲੈ ਲਈ ਹੈ ਕਿਉਂਕਿ ਉਹਨਾਂ ਦੀ ਰਿਟਾਇਰਮੈਂਟ ਤਾਂ ਹਜੇ ਪਈ ਸੀ 3-4 ਮਹੀਨੇ, ਲੇਕਿਨ ਉਹਨਾਂ ਨੂੰ VRS ਲੈ ਕੇ ਉਹਨਾਂ ਨੂੰ ਕੰਪੀਟੀਸ਼ਨ ਕਮਿਸ਼ਨ ਦਾ ਚੇਅਰਪਰਸਨ ਲਗਾਤਾ ਹੈ, ਉਹਨਾਂ ਨੇ ਕੱਲ ਜੁਆਇਨ ਕਰ ਲਿਆ ਉੱਥੇ, ਇਸ ਕਰਕੇ ਉਹ ਵੀ ਹੁਣ ਇਸ ਦੌੜ ਚੋਂ ਬਾਹਰ ਹੋ ਗਿਆ। ਉਸ ਤੋਂ ਬਾਅਦ 89 ਦੇ ਵਿੱਚ VK ਜੰਜੂਆ ਖੁਦ ਹੀ ਨੇ, ਉਹ ਰਿਟਾਇਰ ਹੋ ਰਹੇ ਨੇ। ਉਸ ਤੋਂ ਬਾਅਦ ਅਨੁਰਾਗ ਅਗਰਵਾਲ ਹੈਗੇ ਨੇ ਜਿਹੜੇ 90 ਵਾਲੇ ਬੈਚ ਦੇ ਨੇ। 90 ਚ ਅਨੁਰਾਗ ਅਗਰਵਾਲ ਹੈਗੇ ਨੇ, VK ਸਿੰਘ ਹੈਗੇ ਨੇ, ਅੰਮ੍ਰਿਤ ਤਿਵਾੜੀ ਹੈਗੇ ਨੇ। ਅੰਮ੍ਰਿਤ ਤਿਵਾੜੀ ਆਲਰੇਡੀ ਚੀਫ ਸੈਕਟਰੀ ਰਹਿ ਚੁੱਕੇ, ਉਹਨਾਂ ਨੂੰ ਹੀ ਰਿਪਲੇਸ ਕੀਤਾ ਸੀਗਾ VK ਜੰਜੂਆ ਹੋਣਾ ਨੇ। VK ਸਿੰਘ ਇਸ ਟਾਈਮ ਸੈਕਟਰੀ ਗਵਰਨਮੈਂਟ ਆਫ ਇੰਡੀਆ ਸੈਕਟਰੀ ਲੱਗੇ ਹੋਏ ਨੇ, ਉਹ ਇੱਛੁਕ ਵੀ ਹੈਗੇ ਨੇ ਇੱਥੇ ਆਉਣ ਦੇ, ਤੇ ਹੁਣ ਹਜੇ ਪਤਾ ਨਹੀਂ ਹੈ ਕਿ ਉਹਨਾਂ ਨੂੰ ਲਿਆਤਾ ਜਾ ਰਿਹਾ ਕਿ ਨਹੀਂ। ਅਨੁਰਾਗ ਅਗਰਵਾਲ ਪਹਿਲਾਂ ਤਾਂ ਬਹੁਤ ਕਲੋਜ਼ ਸੀਗੇ ਸਰਕਾਰ ਦੇ ਜਦੋਂ ਇਲੈਕਸ਼ਨ ਤੋਂ ਪਹਿਲਾਂ, ਲੇਕਿਨ ਅਚਾਨਕ ਫਿਰ ਕੀ ਹੋਇਆ ਇਹਦਾ ਕੁਝ ਪਤਾ ਨਹੀਂ ਚੱਲ ਪਾਇਆ। ਉਹ ਵੀ ਸਭ ਤੋਂ ਸੀਨੀਅਰ ਨੇ। ਉਸ ਤੋਂ ਬਾਅਦ 91 ਬੈਚ ਆਪਣੇ ਵਿਨੂ ਪ੍ਰਸਾਦ ਨੇ, ਉਹਨਾਂ ਨੇ ਵੀ ਅਗਲੇ ਮਹੀਨੇ, ਇਹਨਾਂ ਤੋਂ ਠੀਕ 1 ਮਹੀਨੇ ਬਾਅਦ ਰਿਟਾਇਰ ਹੋ ਜਾਣਾ ਹੈ। ਕੀ ਸਰਕਾਰ ਉਹਨਾਂ ਨੂੰ 1 ਮਹੀਨੇ ਵਾਸਤੇ ਲਗਾਏਗੀ ਜਾਂ ਨਹੀਂ ਲਗਾਏਗੀ, ਇਹਦਾ ਵੀ ਲਾਉਣਾ ਚਾਹੀਦਾ। ਖਿਦਮਤ ਬਹੁਤ ਕੀਤੀ ਹੈ, ਲਾਉਣਾ ਚਾਹੀਦਾ। ਮੈਂ ਨੌਕ ਕਰਦਾ ਇੱਥੇ, ਲਾਉਣਾ ਚਾਹੀਦਾ। ਤੇ ਦੂਸਰਾ 92 ਬੈਚ ਦੇ ਵਿੱਚ KP ਸਿਨਹਾ ਹੈਗੇ ਆ, ਉਹ ਦੇਖੋ ਉਹ ਸੈਂਟਰ ਡੈਪੂਟੇਸ਼ਨ ਤੇ ਜਾਣਾ ਚਾਹੁੰਦੇ ਸੀ ਪਿਛਲੇ ਸਾਲ ਜੂਨ ਮਹੀਨੇ ਵਿੱਚ, ਉਹਨਾਂ ਦੇ ਸਾਰਾ ਪੋਸਟਿੰਗ ਵੀ ਹੋ ਗਈ ਸੀ, ਸਭ ਕੁਝ ਹੋ ਗਿਆ ਸੀ, ਪਰ ਕਿਉਂਕਿ ਪਿਛਲੇ ਸਾਲ ਪਹਿਲਾ ਬਜਟ ਸਰਕਾਰ ਨੇ ਪੇਸ਼ ਕਰਨਾ ਸੀ ਤੇ ਉਹ ਸੈਕਟਰੀ ਫਾਈਨਾਂਸ ਸੀਗੇ, ਇਸ ਕਰਕੇ ਸਰਕਾਰ ਨੇ ਉਹਨਾਂ ਨੂੰ ਇਹ ਕਹਿ ਕੇ ਰੋਕ ਲਿਆ ਕਿ ਤੁਸੀਂ ਨਾ ਜਾਓ, ਅਸੀਂ ਬਜਟ ਪੇਸ਼ ਕਰਨਾ ਹੈ, ਬਜਟ ਬਹੁਤ ਇੰਪੋਰਟੈਂਟ ਹੈ। ਉਹ ਉੱਥੇ ਬਲੈਕ ਲਿਸਟ ਹੋ ਗਏ, ਕਿਉਂਕਿ ਜਦੋਂ ਤੁਸੀਂ ਪੋਸਟਿੰਗ ਮਿਲ ਕੇ ਜਦੋਂ ਤੁਹਾਨੂੰ ਮਿਲ ਜੇ ਤਾਂ ਤੁਸੀਂ ਅਗਰ ਨਹੀਂ ਜਾਂਦੇ ਤਾਂ ਫਿਰ ਮੁੜ ਕੇ ਤੁਸੀਂ ਕਦੇ ਜਾ ਵੀ ਨਹੀਂ ਸਕਦੇ। ਹੁਣ KP ਸਿਨਹਾ ਜਿਹੜੇ ਹੈਗੇ ਨੇ ਉਹ ਬਲੈਕ ਲਿਸਟਡ ਨੇ ਗਵਰਨਮੈਂਟ ਆਫ ਇੰਡੀਆ 'ਚ, ਇਸ ਕਰਕੇ ਉਹ ਬਿਲਕੁਲ ਨਹੀਂ ਜਾ ਸਕਦੇ ਕਿ ਗਵਰਨਮੈਂਟ ਹੁਣ ਉਹਨਾਂ ਨੂੰ ਉਹ ਕੰਪਨਸੇਟ ਕਰੇਗੀ ਕਿ ਨਹੀਂ ਕਰੇਗੀ। ਹਾਲਾਂਕਿ ਇਸ ਟਾਈਮ ਉਹ FCR ਨੇ, ਉਹਨਾਂ ਨੂੰ FCD ਦਾ ਵੀ ਪਰਸੋਂ ਚੌਥੇ ਚਾਰਜ ਮਿਲ ਗਿਆ ਹੈ ਵੀ ਮਹਿਕਮੇ ਨੇ ਉਹਨਾਂ ਕੋਲੇ, ਅੱਛੇ ਚੰਗੇ ਅਫਸਰ ਨੇ, ਪਰ ਇੱਕ ਚੀਫ ਸੈਕਟਰੀ ਹੋਣਾ ਇੱਕ ਅਲੱਗ ਸਵਾਦ ਹੈ। ਤੇ ਉਸ ਤੋਂ ਬਾਅਦ 93 ਬੈਚ ਦੇ ਵਿੱਚ ਫਿਰ ਤੁਹਾਡੇ ਕੋਲੇ ਸਾਡੇ ਕੋਲ 92 ਬੈਚ ਸੀਮਾ ਜੈਨ ਮੈਡਮ ਵੀ ਹੈਗੇ ਆ, ਲੇਕਿਨ ਉਸ ਤੋਂ ਬਾਅਦ ਅਨੁਰਾਗ ਵਰਮਾ ਜਿਹੜੇ ਹੈਗੇ ਆ ਹੋਮ ਸੈਕਟਰੀ, ਉਹਨਾਂ ਦੇ ਉੱਤੇ ਹੀ ਲੱਗ ਰਿਹਾ ਕਿ ਇਹਨਾਂ 3-4 ਅਫਸਰਾਂ ਦੇ ਵਿੱਚੋਂ ਹੀ ਕੋਈ ਜਿਹੜਾ ਹੈਗਾ ਉਹ ਚੀਫ ਸੈਕਟਰੀ ਹੋ ਸਕਦਾ। ਦੇਖੋ ਇੰਦਰਪ੍ਰੀਤ ਜੀ, ਤੁਹਾਡਾ ਕੈਪ ਸਿਨਹਾ ਨਾਲ ਲਿਹਾਜ਼ ਲੱਗਦਾ ਹੈ, ਇਹ ਮੈਂ ਹੁਣ ਸਾਰਾ ਹਿਸਾਬ ਲਾ ਲਿਆ। ਅਦਰਵਾਈਜ਼ ਕੈਪ ਸਿਨਹਾ ਨੇ ਤਾਂ ਕੱਲ ਹੀ ਦੇਖੋ ਸਵਾਲ ਇਹ ਹੈ, ਮੈਂ ਹਾਸਾ ਠੱਠਾ ਕਰਦਾ, ਮੈਨੂੰ ਪਤਾ ਤੁਹਾਡਾ ਕਿਸੇ ਨਾਲ ਲਿਹਾਜ਼ ਹੈ ਨਹੀਂ, ਪਰ ਵੈਸੇ ਮੈਂ ਗੱਲ ਦੱਸਾਂ ਤੁਹਾਨੂੰ, ਕੈਪ ਸਿਨਹਾ ਵਰਗਾ ਅਫਸਰ ਜਿਹੜਾ ਸਰਕਾਰ ਲਈ ਬੜਾ ਫਾਇਦੇਮੰਦ ਹੁੰਦਾ। ਅਜੇ ਕੱਲ ਪਰਸੋਂ ਦੀ ਤਾਂ ਗੱਲ ਹੈ, 2 ਰੋਜ਼ ਪਹਿਲਾਂ ਉਹਨਾਂ ਨੇ ਇੱਕ ਤਹਿਸੀਲਦਾਰ ਪਹਿਲਾਂ ਸਸਪੈਂਡ ਕੀਤਾ ਆਪਣੇ ਕਰ ਕਮਲਾ ਨਾਲ, ਆਪਣੇ ਹਰੇ ਪੈਨ ਨਾਲ, ਤੇ ਮੁੜ ਕੇ
ਮੇਰੇ ਖਿਆਲ 12 ਕੁ ਘੰਟਿਆਂ ਦੇ ਅੰਦਰ ਅੰਦਰ ਉਹਨੂੰ ਬਹਾਲ ਵੀ ਕਰਤਾ। ਸਰਕਾਰ ਨੂੰ ਇਹੋ ਜਿਹੇ ਅਫਸਰ ਲੱਭਣੇ ਕਿਤੇ। ਇੱਕੋ ਤਰ੍ਹਾਂ ਦੀ ਇਹ ਦੋ ਚਿੱਠੀਆਂ ਦੇ ਉੱਤੇ ਥੱਲੇ ਕੈਪ ਸਿਨਾਂ ਦੇ ਸਾਈਨ ਹੋਣ, ਕਿਆ ਮਜ਼ਾ। ਵੈ ਭਾਸਕਰ ਸਾਹਿਬ, ਇੰਜ ਦੇ ਅਫਸਰ ਪੰਜਾਬ ਨੂੰ ਚਾਹੀਦੇ ਆ ਜਿਹੜੇ ਚੂੰ ਨਾ ਕਰਨ, ਜੋ ਕਿ ਸਰਕਾਰ ਮੰਨਣ, ਕਿਉਂਕਿ ਸਰਕਾਰਾਂ ਲੋਕਾਂ ਦੀਆਂ ਹੁੰਦੀਆਂ ਨੇ। ਅਫਸਰਸ਼ਾਹੀ ਕਿੱਦਾਂ ਅੱਗੇ ਡਿੱਕੇ ਡਾ ਸਕਦੀ ਹੈ। ਸੋ ਸਾਨੂੰ ਯੈਸ ਮੈਨ ਚਾਹੀਦੇ ਆ ਤੇ ਅਸੀਂ ਜਿੰਦਾਬਾਦ ਕਰਾਂਗੇ। ਦੇਖੋ, ਬਿਲਕੁਲ ਠੀਕ ਕਹਿ ਰਹੇ ਹੋ, ਯੈਸ ਮੈਨ ਚਾਹੀਦੇ ਆ। ਤਾਂ ਹੀ ਕਰਕੇ ਤੇ ਵੀਕੇ ਜੰਜੂਆ ਉਹਨਾਂ ਦੀ 1 ਸਾਲ ਦੀ ਐਕਸਟੈਂਸ਼ਨ ਦੀ ਮੰਗ ਕੀਤੀ ਗਈ ਹੈ। ਅਦਰਵਾਈਜ਼ ਵੀਕੇ ਜੰਜੂਆ ਉਹਨਾਂ ਕੋਲ ਐਦਾਂ ਦੀ ਕਿਹੜੀ, ਜਿੱਦਾਂ ਕਹਿੰਦੇ ਨੇ ਗਿੱਦੜ ਸਿੰਘੀ ਹੈਗੀ ਹੈ, ਜਿਹਦੇ ਕਰਕੇ ਉਹਨਾਂ ਦਾ ਮੁੱਖ ਸਕੱਤਰ ਰਹਿਣਾ ਬਹੁਤ ਜ਼ਰੂਰੀ ਹੈਗਾ। ਅਦਰਵਾਈਜ਼ ਸੂਬੇ ਦਾ, ਸਰਕਾਰ ਦਾ ਕੰਮ ਨਹੀਂ ਚੱਲਣਾ। ਇਸ ਗੱਲ ਦੇ ਉੱਤੇ ਪਹਿਲੇ ਵੀ ਡਾਊਟ ਸੀਗਾ, ਔਰ ਹੁਣ ਕੇਂਦਰ ਦਾ ਜਵਾਬ ਨਾ ਆਣਾ ਆਪਣੇ ਆਪ ਵਿੱਚ ਸਥਿਤੀ ਸਪਸ਼ਟ ਹੁੰਦੀ ਜਾ ਰਹੀ ਹੈ। ਜਿੰਨੇ ਵੀ ਨਾਂ ਇੰਦਰਪ੍ਰੀਤ ਉਹਨਾਂ ਨੇ ਲਿੱਤੇ ਨੇ, ਉਹਦੇ ਵਿੱਚੋਂ 2, ਯਾਨੀ ਜੇ ਆਪਾਂ ਕਹੀਏ ਵਿਨੀ ਮਹਾਜਨ ਉਹਨਾਂ, ਉਹ ਪਹਿਲੇ ਮੁੱਖ ਸਕੱਤਰ ਰਹਿ ਚੁੱਕੇ ਨੇ। ਅਨਿਰੁੱਧ ਤਿਵਾਰੀ ਉਹਨਾਂ, ਉਹ ਵੀ ਮੁੱਖ ਸਕੱਤਰ ਰਹਿ ਚੁੱਕੇ ਨੇ। ਅੰਜਲੀ ਭਾਵਰਾ ਉਹਨਾਂ ਦੇ ਹਸਬੈਂਡ ਡੀਜੀਪੀ ਰਹਿ ਚੁੱਕੇ ਨੇ। ਅਨੁਰਾਗ ਵਰਮਾ ਜਿਹੜੇ 1993 ਦੇ ਆਈਐਸ ਆਫੀਸਰ ਨੇ, ਉਹ ਇਸ ਟਾਈਮ ਸਭ ਤੋਂ ਸ਼ਕਤੀਸ਼ਾਲੀ ਪੋਸਟ ਤੇ, ਯਾਨੀ ਹੋਮ ਮਿਨਿਸਟਰੀ ਦੇ ਵਿੱਚ ਉਹ ਹੋਮ ਸਕੱਤਰ, ਪ੍ਰਿੰਸੀਪਲ ਸੈਕਟਰੀ ਹੋਮ ਹੈਗੇ ਨੇ। ਇਹਨਾਂ ਵਿੱਚੋਂ ਕਿਹਦਾ ਨੰਬਰ ਲੱਗਦਾ ਪਤਾ ਨਹੀਂ, ਪਰ ਇੱਥੇ ਸੀਨੇ 'ਚ ਨਾ ਕਸਕ ਜੀ ਪੈਂਦੀ ਆ, ਉਹਦਾ ਘਟਾ ਕੇ ਦੱਸੋਗੇ। ਐਡੀਸ਼ਨਲ ਚੀਫ ਸੈਕਟਰੀ ਨੇ, ਪ੍ਰਿੰਸੀਪਲ ਸੈਕਟਰੀ ਨਹੀਂ ਗੇ। ਐਡੀਸ਼ਨਲ ਚੀਫ ਸੈਕਟਰੀ ਨੇ। ਔਰ ਉਸ ਤੋਂ ਬਾਅਦ ਹੁਣ ਨਾਂ ਕਿਹਦਾ ਚੱਲਦਾ ਹੈ। ਪਰ ਜੰਜੂਆ ਸਾਹਿਬ ਨੂੰ ਜਿਸ ਤਰੀਕੇ ਨਾਲ ਉਹ ਚਿੱਠੀ, ਉਹ ਡਾਕੀਆ ਲੈ ਕੇ ਨਹੀਂ ਆ ਰਿਹਾ, ਉਹ ਆਪਣੇ ਆਪ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਮਹੀਨਾ ਬਚਿਆ ਹੋਇਆ, ਉਹ ਡਾਕੀਆ ਪਤਾ ਨਹੀਂ ਕਿੱਥੇ ਚਲਾ ਗਿਆ। ਔਰ ਜਿਹੜੀ ਗੱਲ ਤੁਸੀਂ ਹੁਣੇ ਕਹਿ ਕੇ ਹਟੇ ਹੋ, ਇੱਕ ਚਿੱਠੀ ਉੱਥੋਂ ਆਈ ਸੀ, ਇੱਕ ਚਿੱਠੀ ਇੱਥੋਂ ਗਈ ਸੀ। ਚਿੱਠੀ ਤੋਂ ਚਿੱਠੀ ਅੰਬਾਲਾ ਵਾਲੀ ਸਾਈਡ ਟਕਰਾ ਕੇ ਕਿਤੇ ਗਿਰ ਨਾ ਗਈ ਹੋਏ। ਪਰ ਚਲੋ, ਡੀਜੀਪੀ ਦਾ ਇੱਕ ਪੈਨਲ ਮੰਗਿਆ ਸੀਗਾ ਕੇਂਦਰ ਸਰਕਾਰ ਨੇ ਵੀ ਭੇਜੋ, ਇੰਨੀ ਦੇਰ ਤੱਕ ਐਕਟਿੰਗ ਕਿਉਂ। ਹੁਣ ਉਸ ਐਕਟਿੰਗ ਦੇ ਮਾਮਲੇ ਦੇ ਵਿੱਚ ਸਰਕਾਰ ਦਾ ਪੇਚ ਫਸਿਆ ਹੋਇਆ, ਕਿਉਂਕਿ ਜੋ ਅੱਜ ਦੀ ਡੇਟ 'ਚ ਪੈਨਲ ਬਣਦਾ ਹੈ, ਉਹਦੇ ਵਿੱਚ ਡੀਜੀਪੀ ਗੌਰਵ ਯਾਦਵ ਦਾ ਨਾਂ ਸ਼ਾਇਦ ਆਏ ਵੀ ਨਾ। ਜੇ ਆਏ ਤੇ ਬੜਾ ਥੱਲੇ ਆਏ, ਔਰ ਫਿਰ ਕੇਂਦਰ ਸਰਕਾਰ ਕਿਸੇ ਹੋਰ 3 ਨਾਮਾਂ ਦੇ ਉੱਤੇ ਕੋਈ ਠੱਪਾ ਜਿਹਾ ਲਾ ਦੇ ਤੇ ਬੜਾ ਮੁਸ਼ਕਿਲ ਜੀ ਹੋ ਜਾਣੀ ਹੈ। ਉਹਦਾ ਇੰਤਜ਼ਾਰ ਕੀਤਾ ਜਾ ਰਿਹਾ, ਉਹਨਾਂ ਦੀ ਉਸ ਚਿੱਠੀ ਨੂੰ ਅਵਾਇਡ ਕੀਤਾ ਜਾ ਰਿਹਾ। ਔਰ ਇਸ ਕਰਕੇ ਸ਼ਾਇਦ ਉੱਥੋਂ ਵੀ ਚਿੱਠੀ ਜੰਜੂਆ ਸਾਹਿਬ ਵਾਲੀ ਡਿਲੇ ਹੋ ਰਹੀ ਹੈ, ਕਿਉਂਕਿ ਇੱਥੋਂ ਜਿਹੜੀ ਐਕਟਿੰਗ ਡੀਜੀਪੀ ਨੂੰ ਲਾਉਣ ਦੀ ਚਿੱਠੀ ਜਾਂ ਨਵੇਂ ਡੀਜੀਪੀ ਨੂੰ ਲਾਉਣ ਦੀ ਚਿੱਠੀ ਡਿਲੇ ਹੋ ਰਹੀ ਹੈ। ਇਸ ਕਰਕੇ ਦੋਨੋਂ ਇੱਕ ਦੂਜੇ ਨੂੰ ਪੁੱਛਦੇ ਵੀ ਤੁਸੀਂ ਉਹ ਚਿੱਠੀ ਕਿਉਂ ਨਹੀਂ ਭੇਜੇ। ਅਗਲੇ ਪੁੱਛਦੇ ਵੀ ਤੁਸੀਂ ਪਹਿਲੇ ਵਾਲੀ ਚਿੱਠੀ ਜਿਹੜੀ 2 ਮਹੀਨੇ ਪਹਿਲੇ ਲਿਖੀ ਸੀ, ਤੁਸੀਂ ਕਿਉਂ ਨਹੀਂ ਭੇਜ ਰਹੇ। ਇਹ ਹੁਣ ਗੱਲਾਂ ਸਰਕਾਰੀ ਪੱਧਰ ਤੇ ਚੱਲ ਰਹੀਆਂ। ਔਰ ਵੇਨੂ ਪ੍ਰਸਾਦ ਉਹਨਾਂ ਦੀ ਗੱਲ ਬਿਲਕੁਲ ਠੀਕ ਹੈ, 1 ਮਹੀਨੇ ਵਾਸਤੇ ਲਾ ਦਿਓ। ਦੇਖੋ, ਜਦ ਤੁਸੀਂ ਰਿਟਾਇਰ ਹੋਣ ਤੋਂ ਬਾਅਦ ਘਰ ਦੇ ਬਾਹਰ ਐਕਸ ਚੀਫ ਸੈਕਟਰੀ ਲਿਖਦੇ ਹੋ ਨਾ, ਤੇ ਉਹਦਾ ਰੁਤਬਾ ਹੀ ਵੱਖਰਾ ਹੁੰਦਾ ਹੈ। ਪਰ ਹੁਣ ਮਹੀਨੇ ਵਾਸਤੇ ਲਾਉਂਦੇ ਆ, ਕਿਉਂਕਿ ਉਹ ਵੀ ਐਕਸਟੈਂਸ਼ਨ ਭਾਲਦੇ ਨੇ। ਉਹਨਾਂ ਨੂੰ ਵੀ ਉਸ ਐਕਸਟੈਂਸ਼ਨ ਦੀ ਲੋੜ ਹੈ ਜਿਹੜੇ ਸੁਰੇਸ਼ ਕੁਮਾਰ ਉਹਨਾਂ ਦੀ ਪੋਸਟ ਸੀ। ਜੰਜੂਆ ਸਾਹਿਬ ਵੀ ਦੇਖ ਰਹੇ ਕਿ ਅਗਰ ਮੈਨੂੰ ਨਹੀਂ ਵੀ ਬਣਾਇਆ ਤੇ ਘੱਟ ਤੋਂ ਘੱਟ ਸੁਰੇਸ਼ ਕੁਮਾਰ ਉਹਨਾਂ ਦੀ ਪੋਸਟ ਤੇ ਲਾ ਦਿਓ, ਸਰਕਾਰ ਤੇ ਆਪਾਂ ਚਲਾਈਏ। ਪਰ ਹੁਣ ਇਹ ਗੱਲਾਂ ਸਰਕਾਰੀਆਂ ਹੁੰਦੀਆਂ। ਇੱਥੇ ਤੇ ਐਕਟਿੰਗ ਜਥੇਦਾਰ ਸਾਹਿਬ ਦੀ ਵੀ ਗੱਲਾਂ ਚੱਲ ਰਹੀਆਂ ਕਿ ਜਥੇਦਾਰ ਸਾਹਿਬ ਦੀ ਹਜੇ ਤੱਕ ਐਕਟਿੰਗ ਕਿਉਂ ਹੈ। ਹਜੇ ਉਹਨਾਂ ਨੂੰ ਪਰਮਾਨੈਂਟ ਲਾਣਾ ਸੀਗਾ, ਪਰ ਉਸ ਤੋਂ ਪਹਿਲੇ ਉਹਨਾਂ ਨੂੰ ਲਾਉਣ ਦੀ ਗੱਲਾਂ ਜ਼ਰੂਰ ਤੁਰ ਪਈਆਂ। ਪਰ ਇਹ ਤੇ ਸਰਕਾਰੀ ਮਾਮਲਾ ਹੈ। ਸਰਕਾਰੀ ਮਾਮਲਾ ਤੇ ਚਿੱਠੀਆਂ ਦੇ ਉੱਤੇ ਡਿਪੈਂਡ ਕਰਦਾ ਹੈ। ਇੱਥੇ ਤੇ ਕੇਂਦਰ ਸਰਕਾਰ ਦੀ ਅਨੁਮਤੀ ਦੀ ਲੋੜ ਪਏਗੀ। ਇੰਦਰਪ੍ਰੀਤ ਜੀ, ਹੁਣ ਜੇ ਗੱਲ ਤੋਰੀ ਆ ਤਾਂ ਦੂਰ ਤਲਕ ਜਾਏਗੀ। ਜਿਹੜੇ ਵੀਕੇ ਜੰਜੂਆ ਸਾਹਿਬ ਚਿੱਠੀ ਲਿਖ ਦਿੰਦੇ ਆ ਥੋੜੇ ਦਿਨਾਂ ਬਾਅਦ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਕਿ 15 ਦਿਨਾਂ ਦੇ ਅੰਦਰ ਅੰਦਰ ਵਿਜੀਲੈਂਸ ਵੱਲੋਂ ਮੰਗੀ ਗਈ ਕੋਈ ਵੀ ਜਾਣਕਾਰੀ ਮੁਹੱਈਆ ਕਰਾਓ। ਹੁਣ ਵੇਖਣ ਵਾਲੀ ਗੱਲ ਹੈ ਕਿ ਜਦੋਂ ਦੇ ਇਹ ਬਣੇ ਆ, ਉਦੋਂ ਦਾ ਇੰਜ ਲੱਗਦਾ ਹੈ ਵੀ ਐਤਕਾਂ ਦੀ ਚਿੱਠੀ ਨਾਲ ਤਾਂ ਖੌਰੂ ਪਊ, ਹੜਕੰਪ ਮੱਚੂ, ਅਫਸਰਾਂ ਦੀ ਜਾਨ ਨਿਕਲ ਜੂ। ਲੇਕਿਨ ਕਦੇ ਜੰਜੂਆ ਸਾਹਿਬ ਨੇ ਇਹ ਪੁੱਛਿਆ ਵੀ ਜਿਹੜੀ ਮੇਰੀ ਪਿਛਲੀ ਚਿੱਠੀ ਗਈ ਆ ਇਸੇ ਸੰਦਰਭ 'ਚ, ਇਸੇ ਇਬਾਰਤ ਵਾਲੀ ਆ, ਉਸ ਤੋਂ ਬਾਅਦ ਕਿਹੜੇ ਅਧਿਕਾਰੀਆਂ ਨੇ ਜਾਣਕਾਰੀ ਜਿਹੜੀ ਮੰਗੀ ਗਈ ਹੋਵੇ ਵਿਜੀਲੈਂਸ ਨੇ ਨਹੀਂ ਫਰਾਹਮ ਕਰਾਈ। ਕਦੇ ਜਵਾਬ ਤਲਬੀ ਵੀ ਬਣਾਓ ਨਾ, ਚਿੱਠੀ ਨਾਲ ਫਾਰਮੈਲਿਟੀ ਨਾ ਕਰੋ ਕਿ ਕੱਲ ਨੂੰ ਕੋਰਟ ਕਚਹਿਰੀ ਦੇ ਵਿੱਚ ਜਾਣਾ ਪਏ ਤੁਸੀਂ ਕਹਿ ਕੇ ਕਿ ਮੇਰਾ ਤੇ ਡਿਸਪੈਚ ਰਜਿਸਟਰ ਦੇਖ ਲਓ, 15 ਦਿਨ ਮੈਂ ਚਿੱਠੀ ਕੱਢ ਦਿੰਦਾ ਰਿਹਾ, ਹੁਣ ਤਾਂ ਇਹ ਜ਼ਿੰਮੇਵਾਰ। ਸਵਾਦ ਤੇ ਪ੍ਰਸ਼ਾਸਨਿਕ ਹੈੱਡ ਹੋਣ ਦਾ ਤਾਂ ਜੇ ਕੋਈ ਨਾ ਮੰਨੇ ਤੁਹਾਡੀ ਤੇ ਟੰਗ ਦਿਓ। ਇੰਦਰਪ੍ਰੀਤ ਜੀ, ਇਹ ਚਿੱਠੀਆਂ ਦੀ ਗੇਮ ਕਾਦੀ ਗੇਮ ਆ। ਕਿਸੇ ਦਿਨ ਪੀਓ ਚਾਹ ਜ਼ਰਾ ਜੰਜੂਆ ਸਾਹਿਬ ਤੋਂ ਬਿਨਾਂ ਮਿੱਠੇ ਵਾਲੀ ਨਾਲ ਬੇਸਨ ਖਾ ਕੇ ਪੁੱਛੋ ਉਹਨਾਂ ਨੂੰ ਕਿ ਕਰੋ ਹਾਂ ਕਿਤੇ ਹੱਥ ਹੌਲਾ ਕਿਸੇ ਤੇ ਪਤਾ ਲੱਗੇ। ਰੰਧਾਵਾ ਸਾਹਿਬ, ਮੈਨੂੰ ਇਹ ਲੱਗਦਾ ਕਿ ਜਿਹੜੀ ਇਹ ਚਿੱਠੀ ਜਿਹੜੀ ਕੱਲ ਗਈ ਹੈ ਸ਼ਾਇਦ ਉਹ ਬਿਲਕੁਲ ਹੀ ਗੈਰ ਰਸਮੀ ਹੈ। ਉਹ ਇਸ ਕਰਕੇ ਕਿ ਕੱਲ ਜਿਹੜੀ ਇੱਕ ਟੋਲਰੈਂਸ ਦੇ ਖਿਲਾਫ ਇੱਕ ਆਇਆ ਸੀਗਾ, ਕਰਪਸ਼ਨ ਦੇ ਖਿਲਾਫ ਇੱਕ ਆਇਆ ਸੀ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਉਹਦੇ ਲਈ ਇੱਕ ਨੰਬਰ ਜਾਰੀ ਕੀਤਾ ਸੀ, ਹੈਲਪਲਾਈਨ ਨੰਬਰ, ਤੁਸੀਂ ਇੱਥੇ ਆਪਣਾ ਸ਼ਿਕਾਇਤ ਦਰਜ ਕਰਾ ਸਕਦੇ ਹੋ। ਉਹਦਾ ਇੱਕ ਪੂਰਾ ਸਾਲ ਹੋ ਗਿਆ ਸੀਗਾ। ਸ਼ਾਇਦ ਇਹ
ਜਿਹੜਾ ਚਿੱਠੀ ਹੈ ਉਸੇ ਨਾਲ ਜੋੜ ਕੇ ਦੇਖੀ ਗਈ ਹੈ ਕਿ ਵਿਜੀਲੈਂਸ ਨੇ ਜਿਹੜਿਆਂ ਦੇ ਖਿਲਾਫ ਮੰਗੀ ਹੋਈ ਹੈ ਉਹ ਤੁਰੰਤ ਦਿੱਤੀ ਜਾਵੇ ਜਾਣਕਾਰੀ, ਕਿਉਂ ਨਹੀਂ ਦਿੱਤੀ ਠਹਿਰ ਜੋ ਅੰਦਰਪ੍ਰੀਤ ਜੀ, ਠਹਿਰ ਜੋ। ਇੱਥੇ ਇੱਕ ਤਜਰਬਾ ਹੋਇਆ ਕੱਲ ਸਰਦਾਰ ਹਮੀਰ ਸਿੰਘ ਹੋਰਾਂ ਨੇ ਦਿਨੇ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਸੁਣਿਆ ਤੇ ਉਹਨਾਂ ਦਾ ਮਨ ਬਣਿਆ, ਉਹ ਚੰਡੀਗੜ੍ਹ ਵਾਲੇ ਸਟੂਡੀਓ 'ਚ ਬੈਠੇ ਸੀਗੇ, ਉਹਨਾਂ ਨੇ ਤੁਰੰਤ ਆਪਣੇ ਨਾਲ ਵਾਲੇ ਸਾਰਿਆਂ ਨੂੰ ਕਹਿਤਾ ਵੀ ਆਪਣੇ ਆਪਣੇ ਫੋਨ ਕੱਢੋ ਤੇ ਆਪਾਂ ਇਸ ਹੈਲਪਲਾਈਨ ਦੇ ਉੱਤੇ ਫੋਨ ਕਰਨਾ ਤੇ ਵੇਖਦੇ ਆ ਵੀ ਉੱਥੋਂ ਹੁੰਗਾਰਾ ਕਿਦਾਂ ਦਾ ਮਿਲਦਾ। ਕਸਮ ਖੁਦਾ ਦੀ ਉਹ ਤਾਂ ਕੰਮ ਹੀ ਨਹੀਂ ਸੀ ਕਰ ਰਿਹਾ। ਔਰ ਉਸ ਤੋਂ ਬਾਅਦ ਪ੍ਰੋਗਰਾਮ ਕੀਤਾ ਕਿ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਕੋ ਅੱਜ ਦਾ ਦਿਨ ਤੇ ਚਲਾ ਲੈਂਦੇ। ਸੋ ਸਵਾਲ ਇਹ ਵੀ ਆ ਕਿ ਜੰਜੂਆ ਸਾਹਿਬ ਇਹ ਵੀ ਦੇਖਣ, ਉਹ ਵਿਜੀਲੈਂਸ ਤੇ ਉਹ ਵੀ ਲੋਕ ਦੇਖਣ ਜਿਹੜੇ ਇਹਨੂੰ ਦੇਖਦੇ ਆ ਕੰਪਲੇਂਟਸ ਨੂੰ, ਕਿ ਉਹ ਠੀਕ ਚੱਲੇ, ਲੋਕਾਂ ਦੀ ਸ਼ਿਕਾਇਤ ਲੈ ਤੇ ਲਿਆ ਕਰੋ ਜੀ। ਕੀ ਕਹਿੰਦੇ? ਦੇਖੋ ਚੀਫ ਸੈਕਟਰੀ, ਬਿਲਕੁਲ ਤੁਸੀਂ ਠੀਕ ਕਿਹਾ, ਬਾਰ-ਬਾਰ ਜੇ ਅਗਰ ਇੱਕੋ ਵਿਸ਼ੇ ਤੇ ਚਿੱਠੀਆਂ ਲਿਖ ਰਹੇ ਨੇ ਤਾਂ ਮੈਨੂੰ ਲੱਗਦਾ ਕਿ ਫਿਰ ਇਹ ਤਾਂ ਇੱਕ ਰਸਮ ਅਦਾਇਗੀਆਂ ਹੀ ਨੇ ਵੀ ਹਾਂ ਠੀਕ ਹੈ ਜੀ ਮੈਂ ਆਪਣੀ ਕਾਰਵਾਈ ਕਰੂੰਗਾ। ਉਹਨਾਂ ਦੀ ਕਾਰਵਾਈ ਇਕੱਲੀ ਚਿੱਠੀ ਲਿਖਣਾ ਨਹੀਂ ਹੈ, ਚਿੱਠੀ ਪਹਿਲੀ ਜਿਹੜੀ ਗਈ ਹੈ ਉਹਦਾ ਆ ਜਵਾਬ ਕੀ ਆਇਆ, ਕਿਹੜੇ ਅਫਸਰ ਨੇ ਹਜੇ ਤੱਕ ਨਹੀਂ ਦਿੱਤੀ। ਮੈਨੂੰ ਲੱਗਦਾ ਕਿ ਇਹਦਾ ਵੀ ਜਿਹੜਾ ਵਿਜੀਲੈਂਸ ਦੇ ਚੀਫ ਡਾਇਰੈਕਟਰ ਹੈਗੇ ਆ ਉਹਨਾਂ ਨੂੰ ਰਿਪੋਰਟ ਮੰਗਣੀ ਚਾਹੀਦੀ ਹੈ ਕਿ ਮੈਨੂੰ ਹੁਣ ਚਿੱਠੀਆਂ ਦਾ ਜਵਾਬ ਨਹੀਂ, ਮੈਨੂੰ ਤਾਂ ਹੁਣ ਸਿੱਧਾ ਹੀ ਦੱਸੋ ਵੀ ਕਿਹੜੇ ਅਫਸਰ ਨੇ। ਮੈਂ ਤੁਹਾਨੂੰ ਇੱਕ ਬਹੁਤ ਛੋਟਾ ਜਿਹਾ ਮਤਲਬ ਉਦਾਹਰਣ ਦੇਣੀ ਚਾਹੁੰਦਾ ਇਹਦੇ ਵਿੱਚ। ਮੈਨੂੰ ਯਾਦ ਹੈ ਇੱਕ ਵਾਰੀ ਕੁਸਮਜੀਤ ਸਿੱਧੂ ਮੁੱਖ ਚੋਣ ਅਧਿਕਾਰੀ ਹੁੰਦੇ ਸੀ ਇੱਥੇ, ਤੇ ਗਵਰਨਮੈਂਟ ਆਫ ਇੰਡੀਆ ਨੇ ਇੱਕ ਡਾਟਾ ਮੰਗਿਆ ਸੀ ਕਿ ਹਰ ਡਿਸਟ੍ਰਿਕਟ ਤੋਂ ਜਿਹੜਾ ਡੀਸੀ ਹੈਗਾ ਉਹ ਡਾਟਾ ਸ਼ਾਮੀ 5 ਵਜੇ ਤੱਕ ਦੇ ਦੇ, ਤੇ ਸਾਨੂੰ 5:30 ਵਜੇ ਤੱਕ ਗਵਰਨਮੈਂਟ ਆਫ ਇਲੈਕਸ਼ਨ ਕਮਿਸ਼ਨ 'ਚ ਉਹ ਡਾਟਾ ਚਾਹੀਦਾ ਹਰ ਹਾਲ 'ਚ। ਤੇ ਉਹਨਾਂ ਨੇ ਸਾਰੇ ਡੀਸੀਆਂ ਨੂੰ ਬੁਲਾ ਕੇ ਇੱਕ ਮੀਟਿੰਗ ਕੀਤੀ ਔਰ ਕਿਹਾ ਵੀ ਇਹ ਡਾਟਾ ਕੱਲ 4:30 ਵਜੇ ਤੱਕ ਹਰ ਹਾਲ 'ਚ ਦੇ ਦਿਆ ਕਰੋ ਕਿ ਤੁਹਾਡੇ ਕੋਲ ਕਿੰਨੀਆਂ ਸ਼ਿਕਾਇਤਾਂ ਆਈਆਂ, ਕੀ ਆਇਆ ਕੀ ਨਹੀਂ। ਉਹ ਸਾਰਾ ਡਾਟਾ ਕੰਪਾਈਲ ਕਰਕੇ ਦੇਣਾ ਸੀਗਾ। ਅਗਲੇ ਦਿਨ ਜਦੋਂ ਉਹਨਾਂ ਨੇ ਮਤਲਬ ਮੀਟਿੰਗ ਕੀਤੀ ਤਾਂ ਉਹਨਾਂ ਨੂੰ ਆਪਣੇ ਪੀਏ ਨੂੰ ਕਿਹਾ ਵੀ ਕਿੰਨੀਆਂ ਚਿੱਠੀਆਂ ਆਈਆਂ, ਜਦ ਤੱਕ ਉਹਨਾਂ ਨੂੰ ਪਤਾ ਲੱਗਿਆ ਵੀ ਸਿਰਫ 8 ਡੀਸੀਆਂ ਨੇ ਲਿਖੀ ਹੈ। ਉਹ ਕਹਿੰਦੇ ਵੀ 8 ਡੀਸੀਆਂ ਨੂੰ ਛੋੜ ਦਿਓ, ਜਿਹੜੇ 12 ਡੀਸੀਆਂ ਨੇ ਨਹੀਂ ਜਵਾਬ ਦਿੱਤਾ ਉਹਨਾਂ ਨਾਲ ਮੇਰੀ ਗੱਲ ਕਰਾਓ। ਔਰ ਮੈਨੂੰ ਯਾਦ ਹੈ ਮੈਂ ਤੇ ਹਮੀਰ ਸਿੰਘ ਉੱਥੇ ਹੀ ਬੈਠੇ ਸੀਗੇ ਤੇ ਉਹਨਾਂ ਨੇ ਜਿਹੜੀ ਝਾੜ ਝੰਬ ਕੀਤੀ, ਮੈਨੂੰ ਲੱਗਦਾ ਕਿ ਰੋਪੜ ਵਾਲੇ ਡੀਸੀ ਦੀ ਉਸ ਟਾਈਮ ਮੈਨੂੰ ਲੱਗਦਾ ਕਿ ਉਹ ਕੁਰਸੀ ਤੇ ਖੜਾ ਵੀ ਨਹੀਂ ਹੋ ਪਾਇਆ ਹੋਣਾ ਚੰਗੀ ਤਰ੍ਹਾਂ, ਵੀ ਇੰਨੀ ਗੁੱਸੇ ਨਾਲ ਮੈਡਮ ਉਹਨੇ ਉਹਨੂੰ ਡਾਂਟਿਆ। ਸੋ ਅਗਲੇ ਦਿਨ ਜਦੋਂ ਅਸੀਂ ਪੁੱਛਿਆ ਤਾਂ ਪਤਾ ਲੱਗਿਆ ਵੀ ਸਭ ਤੋਂ ਪਹਿਲਾਂ ਰੋਪੜ ਦੇ ਡੀਸੀ ਨੇ ਆਪਣੀ ਸਾਰੀ ਰਿਪੋਰਟ ਭੇਜੀ ਹੈ। ਸੋ ਕਈ ਵਾਰੀ ਹੁੰਦਾ ਹੀ ਇਹ ਹੈ ਕਿ ਜਦੋਂ ਤੁਸੀਂ ਜਵਾਬਦੇਹੀ ਤੈਅ ਨਹੀਂ ਕਰਦੇ ਤਾਂ ਤੱਕ ਪ੍ਰਸ਼ਾਸਨਿਕ ਜਿਹੜੇ ਥੱਲੇ ਫਿਰ ਉਹ ਅਧਿਕਾਰੀ ਨੇ ਉਹ ਬਿਲਕੁਲ ਜਿਵੇਂ ਆਪਣਾ ਲਥਾਰਜਿਕ ਜਿਹੇ ਹੋ ਜਾਂਦੇ ਆ, ਕੋਈ ਠੀਕ ਹੈ ਵੀ ਚਿੱਠੀ ਆ ਗਈ ਹੈ ਦੇ ਦਾਂਗੇ। ਇਹ ਨਹੀਂ ਹੋਣਾ ਚਾਹੀਦਾ। ਚੀਫ ਸੈਕਟਰੀ ਦੀ ਚਿੱਠੀ ਆਈ ਹੋਵੇ ਤੇ ਜਵਾਬ ਨਾ ਕੋਈ ਦੇ ਰਿਹਾ ਹੋਵੇ, ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਚਿੰਤਾ ਵਾਲੀ ਗੱਲ ਫਿਰ ਕੋਈ ਨਹੀਂ ਹੈਗੀ। ਭਾਸਕਰ ਸਾਹਿਬ ਮੈਂ ਤੁਹਾਡੇ ਵੱਲ ਆਉਣਾ ਹੈ, ਮੈਂ ਇਸੇ ਗੱਲ ਨੂੰ ਅੱਗੇ ਵਧਾਉਣਾ ਹੈ। ਜਿਹੜੇ ਜੰਜੂਆ ਸਾਹਿਬ ਨੇ ਉਹਨਾਂ ਦੇ ਧਿਆਨ 'ਚ ਮੈਂ ਖਬਰ ਲਿਆਉਣਾ ਚਾਹੁੰਦਾ, ਮੇਰੇ ਸਾਹਮਣੇ ਖੁੱਲੀ ਪਈ ਆ। ਰਿਸ਼ਵਤ ਮਾਮਲਾ, ਵਿਜੀਲੈਂਸ ਤੇ ਸੰਜਾਈ ਵਿਭਾਗ ਆਮੋ ਸਾਹਮਣੇ। ਦਵਿੰਦਰਪਾਲ ਸੀਨੀਅਰ ਜਰਨਲਿਸਟ ਨੇ ਟ੍ਰਿਬਿਊਨ ਦੇ, ਪੰਜਾਬੀ ਟ੍ਰਿਬਿਊਨ ਦੇ, ਉਹਨਾਂ ਦੀ ਖਬਰ ਹੈ ਕਿ ਪੰਜਾਬ ਦੇ ਮਾਈਨਿੰਗ ਵਿਭਾਗ ਦੀ ਇੱਕ ਮਹਿਲਾ ਅਧਿਕਾਰੀ ਦੇ ਵੱਢੀ ਲੈਂਦਿਆਂ ਰੰਗੇ ਹੱਥੀ ਫੜੇ ਜਾਣ ਦੇ ਮਾਮਲੇ 'ਚ ਵਿਜੀਲੈਂਸ ਅਤੇ ਸੰਜਾਈ ਵਿਭਾਗ ਆਮੋ ਸਾਹਮਣੇ ਖੜੇ ਦਿਖਾਈ ਦੇ ਰਹੇ ਹਨ। ਤੇ ਸੰਜਾਈ ਵਿਭਾਗ ਨੇ ਵਿਜੀਲੈਂਸ ਬਿਊਰੋ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਮਾਈਨਿੰਗ ਵਿਭਾਗ ਦੀ ਮਹਿਲਾ ਅਧਿਕਾਰੀ ਨੂੰ ਝੂਠੇ ਤੇ ਫਰਜ਼ੀ ਕੇਸ 'ਚ ਉਲਝਾਉਣ ਤੇ ਫਸਾਉਣ ਦੇ ਦੋਸ਼ ਲਾਏ ਨੇ। ਹੁਣ ਵੇਖਣ ਵਾਲੀ ਗੱਲ ਹੈ ਕਿ ਇਹ ਜਿਹੜੀ ਸਿਮਰਜੀਤ ਕੌਰ ਢਿੱਲੋਂ ਹੈ, ਇਹਦੇ ਹੱਕ ਦੇ ਵਿੱਚ ਠੋਕ ਕੇ ਲਿਖਿਆ ਕ੍ਰਿਸ਼ਨ ਕੁਮਾਰ ਨੇ। ਜੰਜੂਆ ਸਾਹਿਬ ਇਹੋ ਜਿਹੇ ਮਾਮਲਿਆਂ ਤੇ ਵੀ ਧਿਆਨ ਦੇਣ ਦੀ ਲੋੜ ਆ ਵੀ ਕਿਤੇ ਜ਼ਿਆਦਤੀਆਂ ਦੋਨੇ ਪਾਸਿਓਂ ਤਾਂ ਨਹੀਂ ਹੋ ਰਹੀ ਕਿਸੇ। ਇੱਥੇ ਹੁਣ ਕ੍ਰਿਸ਼ਨ ਕੁਮਾਰ ਜਿਹਦਾ ਪੱਖ ਪੂਰ ਰਹੇ ਉਹ ਠੀਕ ਹੈ ਕਿ ਵਿਜੀਲੈਂਸ ਠੀਕ ਹੈ, ਕਿਉਂਕਿ ਉਹ ਰਜੀਮ ਹੋਰ ਸੀਗੀ। ਦੂਜਾ ਸਵਾਲ ਇੱਥੇ ਜਿਹੜਾ ਮੈਂ ਭਾਸਕਰ ਸਾਹਿਬ ਤੁਹਾਡੇ ਕੋਲੋਂ ਜੰਜੂਆ ਸਾਹਿਬ ਨਾਲ ਜੋੜ ਕੇ ਲੈਣਾ ਚਾਹੁੰਦਾ, ਕਿ ਭਾਵਨਾ ਕਿਸ਼ੋਰ ਦੇ ਮਾਮਲੇ 'ਚ FIR ਹੁੰਦੀ, ਮਾਮਲਾ ਦਰਜ ਹੁੰਦਾ ਔਰ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਸਾਹਮਣਾ ਇਹਨਾਂ ਮਾਮਲਿਆਂ ਦਾ ਜ਼ਮਾਨਤ ਉਹਨੂੰ ਉਸੇ ਵੇਲੇ ਮਿਲ ਗਈ, ਨੈਸ਼ਨਲ ਲੈਵਲ ਤੇ ਰੌਲਾ ਪਿਆ। ਵੈਸੇ ਸਾਡੇ ਕਈ ਵੀਰ ਇਹ ਵੀ ਕਹਿੰਦੇ ਆ ਪੱਤਰਕਾਰ ਭਾਈਚਾਰੇ ਦੇ ਕਿ ਜਦੋਂ ਨੈਸ਼ਨਲ ਵਾਲੇ ਪੰਜਾਬ ਨੂੰ ਡੀਫੇਮ ਕਰਦੇ ਉਦੋਂ ਤੇ ਕਦੇ ਕੋਈ ਨਹੀਂ ਬੋਲਦਾ, ਪਰ ਜ਼ਿਆਦਤੀ ਕਦੇ ਵੀ ਨਹੀਂ ਹੋਣੀ ਚਾਹੀਦੀ। ਪੱਤਰਕਾਰਤਾ ਦੇ ਨਜ਼ਰੀਏ ਤੋਂ ਜਿੱਥੇ ਜ਼ਿਆਦਤੀ ਹੋ ਰਹੀ ਹੈ ਉਹਦੇ ਹੱਕ 'ਚ ਖੜੇ ਹੋਣਾ ਚਾਹੀਦਾ। ਜੰਜੂਆ ਸਾਹਿਬ ਨੇ ਪੁੱਛਿਆ ਕਿਉਂਕਿ ਉਹ ਪ੍ਰਸ਼ਾਸਨਿਕ ਮੁਖੀ ਨੇ, ਮੁੱਖ ਮੰਤਰੀ ਤੋਂ ਬਾਅਦ ਉਹਨਾਂ ਦਾ ਨੰਬਰ ਆਉਂਦਾ, ਉਹਨਾਂ ਦੀ ਡਿਊਟੀ ਬਣਦੀ ਹੈ ਕਿ ਪੂਰੀ ਸਟੇਟ 'ਚ ਕਿਤੇ ਕੋਈ ਗਲਤੀ ਭਾਵੇਂ ਪੁਲਿਸ ਹੀ ਕਰ ਰਹੀ ਹੋਵੇ ਸੱਦ ਕੇ ਪੁੱਛਦੇ ਤਾਂ ਸਹੀ ਕਿ ਕਿਤੇ ਜੱਗੋਂ 13ਵੀਂ ਤਾਂ ਨਹੀਂ ਕਰਦੀ, ਕੋਈ
ਇਹ ਜਿਹੜਾ ਆਪਾਂ ਬਦਲਾਖੋਰੀ ਕਹਿੰਦੇ ਉਹਦੇ ਤਹਿਤ ਤਾਂ ਨਹੀਂ ਹੋਇਆ, ਪਰ ਪੁੱਛੇ ਕੌਣ? ਪਿਛਲੇ ਮਹੀਨੇ ਦੇ ਵਿੱਚ ਭਾਵਨਾ ਗੁਨਾ ਜਿਸ ਤਰੀਕੇ ਨਾਲ ਮੁਹੱਲਾ ਕਲੀਨਿਕ ਦੀ ਉਦਘਾਟਨ ਦੇ ਮੌਕੇ ਤੇ ਲੁਧਿਆਣੇ ਦੇ ਵਿੱਚ ਆਈ, ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਵਿੱਚ ਇੱਕ ਕੇਸ ਹੋ ਜਾਂਦਾ ਹੈ SC/ST ਐਕਟ ਦੇ ਵਿੱਚ। ਉਸ ਮਾਮਲੇ ਦੇ ਵਿੱਚ ਕੱਲ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ। ਸੂਬੇ ਦੀ ਸਰਕਾਰ ਨੂੰ 6 ਹਫ਼ਤੇ ਦੇ ਵਿੱਚ ਇਸ ਗੱਲ ਦੇ ਉੱਤੇ ਰਿਪਲਾਈ ਦੇਣ ਵਾਸਤੇ ਕਿਹਾ ਕਿ ਕੀ ਲੋੜ ਸੀਗੀ ਪੈਂਦੇ ਸੱਟੇ ਜਿਹੜੀ ਭਾਵਨਾ ਕਿਸ਼ੋਰ ਸੀ, ਜਿਹੜੀ ਪਿਛਲੀ ਸੀਟ ਦੇ ਵਿੱਚ ਗੱਡੀ ਦੇ ਵਿੱਚ ਬੈਠੀ ਸੀ, ਟੱਕਰ ਮਾਰਨ ਤੋਂ ਬਾਅਦ ਉਹਦੇ ਖਿਲਾਫ SC/ST ਐਕਟ ਲਾ ਦਿੱਤਾ ਗਿਆ। ਇਹਦੇ ਉੱਤੇ 6 ਹਫ਼ਤੇ ਦੇ ਵਿੱਚ ਸਰਕਾਰ ਆਪਣੀ ਰਿਪੋਰਟ ਪੇਸ਼ ਕਰੇਗੀ। ਨਾਲ ਦੇ ਨਾਲ ਇਸ ਮਾਮਲੇ ਦੇ ਵਿੱਚ ਜਿੰਨੀ ਫਜ਼ੀਅਤ ਪੰਜਾਬ ਦੀ ਸਰਕਾਰ ਦੀ ਤੇ ਪੰਜਾਬ ਦੀ ਪੁਲਿਸ ਦੀ ਔਰ ਖਾਸ ਕਰਕੇ ਲੁਧਿਆਣਾ ਪੁਲਿਸ ਦੀ ਹੋਈ ਹੈ, ਉਸ ਮੁੱਦੇ ਦੇ ਉੱਤੇ ਵੀ ਗੱਲ ਹੁਣ ਅਦਾਲਤਾਂ ਦੇ ਵਿੱਚ ਤੁਰੇਗੀ। ਸਰਕਾਰ ਕੀ ਜਵਾਬ ਦਿੰਦੀ ਹੈ? ਇੰਟਰੀਮ ਬੇਲ ਭਾਵਨਾ ਕਿਸ਼ੋਰ ਜਾਂ ਹੋਰ ਉਹਨਾਂ ਦੇ 2 ਸਾਥੀ ਡਰਾਈਵਰ ਸੀਗਾ ਤੇ ਕੈਮਰਾਮੈਨ ਸੀਗਾ, ਉਹਨਾਂ ਨੂੰ ਤੇ ਪਹਿਲੀ ਜੇਲ੍ਹ ਮਿਲ ਚੁੱਕੀ ਸੀ। ਪਰ ਇਸ ਮਾਮਲੇ ਦੇ ਵਿੱਚ ਸਰਕਾਰ ਦਾ ਧੱਕਾ ਨਜ਼ਰ ਆਉਂਦਾ ਹੈ, ਜਿਸ ਧੱਕੇ ਦੀ ਕੰਪਲੇਂਟ BJP ਦੇ ਅਗੇਂਸਟ ਹੁਣ ਕੇਜਰੀਵਾਲ ਉਹਨਾਂ ਜਿਹੜੀ ਪੋਲੀਟੀਕਲ ਜਾਗੋ ਕਹਿ ਲੋ ਜਾਂ ਪੂਰੇ ਦੇਸ਼ ਦੇ ਵਿੱਚ ਵੱਡੇ ਵੱਡੇ ਲੀਡਰਾਂ ਨੂੰ ਮਿਲ ਕੇ ਉਸ ਧੱਕੇ ਦੇ ਅਗੇਂਸਟ ਸਮਰਥਨ ਮੰਗ ਰਹੇ ਨੇ। ਏਦਾਂ ਦਾ ਧੱਕਾ ਹੀ ਪੰਜਾਬ ਦੇ ਵਿੱਚ ਇੱਕ ਪੱਤਰਕਾਰ ਦੇ ਨਾਲ ਕੀਤਾ ਗਿਆ ਸੀ। ਇੰਦਰਪ੍ਰੀਤ ਜੀ, ਜਿਹੜਾ ਵੈਸੇ ਤਾਂ ਇਹਦੇ ਵਿੱਚ ਜਿਹੜਾ ਭਾਵਨਾ ਕਿਸ਼ੋਰ ਵਾਲਾ ਮਾਮਲਾ ਹੈ, ਇਹਦੇ ਵਿੱਚ ਸ਼ਿਕਾਇਤਕਰਤਾ ਨੂੰ ਵੀ ਸੱਦਿਆ ਗਿਆ, ਮੇਰੇ ਖਿਆਲ ਉਹਨਾਂ ਨੂੰ ਵੀ ਕਿਹਾ ਕੀਤਾ, ਕਿਉਂਕਿ ਅਦਾਲਤ ਸ਼ਾਇਦ ਕਲੀਅਰ ਕਰਨਾ ਚਾਹੁੰਦੀ ਹੈ ਕਿ ਮਾਮਲਾ ਕਿਤੇ ਸੱਚਮੁੱਚ ਜਿਵੇਂ ਪਟੀਸ਼ਨਰ ਨੇ ਕਿਹਾ ਬਦਲਾਖੋਰੀ ਦਾ ਤਾਂ ਨਹੀਂ, ਜ਼ਮਾਨਤ ਉਹਨਾਂ ਨੂੰ ਮਿਲੀ ਹੋਈ ਆ, ਔਖਾ ਹੋ ਜਾਂਦਾ ਇਹੋ ਜਿਹੇ ਮਾਮਲਿਆਂ ਨੂੰ ਅੱਗੇ ਵਧਾਉਣਾ। ਪਰ ਇੰਦਰਪ੍ਰੀਤ ਜੀ, ਜਦੋਂ ਅਸੀਂ DGP ਸਾਹਿਬ ਨੂੰ ਕੱਲ ਜੱਜ ਸਾਹਿਬ ਦੀ ਅਦਾਲਤ ਵਿੱਚ ਵੇਖਦੇ ਆ ਕੌਮੀ ਇਨਸਾਫ ਮੋਰਚੇ ਸੰਬੰਧੀ ਸੁਣਵਾਈ ਦੌਰਾਨ, ਤੇ ਮੇਰੇ ਖਿਆਲ ਇਹ ਜਾਣਕਾਰੀ ਜ਼ਰੂਰ ਸਾਂਝੀ ਕਰੋ ਕਿ ਕੱਲ ਇਹ ਮੋਰਚੇ ਨੂੰ ਚੁਕਵਾਉਣ ਸੰਬੰਧੀ ਜਿਹੜੀ ਪਟੀਸ਼ਨ ਹੈ, ਰਸਤਾ ਖਲਵਾਉਣ ਸੰਬੰਧੀ ਜਿਹੜੀ ਪਟੀਸ਼ਨ ਆ, ਉੱਥੇ DGP ਸਾਹਿਬ ਪੇਸ਼ ਹੋ ਕੇ ਕੀ ਕਹਿ ਆਏ ਨੇ ਕਿ ਇਹ ਮੋਰਚਾ ਚੱਲਦਾ ਰਹੂਗਾ। ਹਾਲਾਂਕਿ ਉੱਥੇ ਗਿਣਤੀ ਦੇ ਪੱਧਰ ਤੇ ਬਹੁਤ ਘੱਟ ਸੰਗਤ ਹੈ, ਇਹ ਸੰਕੇਤ ਮਾਤਰ ਹੀ ਮੋਰਚਾ ਰਹਿ ਗਿਆ। ਮੈਨੂੰ ਲੱਗਦਾ ਸਰਕਾਰ ਇਸੇ ਕਰਕੇ ਕੋਈ ਆਪਣੇ ਸਿਰ ਤੇ ਇਲਜ਼ਾਮ ਵੀ ਨਹੀਂ ਲੈਣਾ ਚਾਹ ਰਹੀ। ਕੀ ਕਹਿੰਦੇ ਹੋ? ਬਿਲਕੁਲ ਠੀਕ ਹੈ ਰੰਧਾਵਾ ਸਾਹਿਬ ਤੁਹਾਡੀ ਗੱਲ ਕਿ ਉੱਥੇ ਬਹੁਤ ਥੋੜੇ ਬੰਦੇ ਰਹਿ ਗਏ, ਔਰ ਜਿਹੜੇ ਬੰਦੇ ਹੈਗੇ ਵੀ ਨੇ ਉਹ ਤੁਸੀਂ ਦੇਖੋ ਉਹਨਾਂ ਨੇ ਸੜਕਾਂ ਨਹੀਂ ਰੋਕੀਆਂ ਹੋਈਆਂ, ਉਹ ਜਿਹੜੀ ਵਿੱਚ ਵਾਲਾ ਫੁੱਟਪਾਥ ਹੁੰਦਾ ਹੈ ਉੱਥੇ ਹੀ ਉਹਨਾਂ ਨੇ ਆਪਣੇ ਟੈਂਟ ਟੁੰਟ ਲਗਾਏ ਹੋਏ ਆ ਤੇ ਉੱਥੇ ਹੀ ਰਹਿ ਰਹੇ ਆ। ਉਹ ਮਤਲਬ ਕਿਸੇ ਨੇ ਕੋਈ ਸੜਕ ਨਹੀਂ ਘੇਰੀ ਹੋਈ, ਸੜਕ ਤਾਂ ਐਕਚੁਅਲੀ ਪੁਲਿਸ ਨੇ ਹੀ ਬੰਦ ਕੀਤੀ ਹੋਈ ਹੈ ਕਿ ਬੰਦੇ ਉਹਨਾਂ ਨੂੰ ਸ਼ੱਕ ਹੈ ਕਿ ਇਹ ਇੱਥੋਂ ਅੰਦਰ ਚੰਡੀਗੜ੍ਹ ਵੱਲ ਨਾ ਤੁਰ ਪੈਣ। ਸੋ ਉਹਨਾਂ ਵੱਲੋਂ ਸੜਕ ਬੰਦ ਨਹੀਂ ਹੈ, ਬੰਦ ਪੁਲਿਸ ਵੱਲੋਂ ਹੈ। ਦੂਜੀ ਗੱਲ ਇਹ ਕਿ ਪੁਲਿਸ ਤੋਂ ਜਿਹੜੀ ਰਿਪੋਰਟ ਮੰਗੀ ਗਈ ਸੀ ਵੀ ਇਹ ਖਾਲੀ ਕਿਉਂ ਨਹੀਂ ਕਰਾਇਆ ਜਾ ਰਿਹਾ, ਪਹਿਲਾਂ ਵੀ 2 ਵਾਰੀ ਸ਼ਾਇਦ ਹਾਈ ਕੋਰਟ ਤਾਕੀਦ ਕਰ ਚੁੱਕਿਆ ਹੈ ਪੁਲਿਸ ਨੂੰ, ਤੇ ਬਾਰ-ਬਾਰ ਇਹ ਉੱਥੇ ਕਹਿ ਦਿੰਦੇ ਆ ਕਿ ਇੱਕ ਵਾਰ ਤਾਂ SSP ਨੇ ਵੀ ਕਹਿਤਾ ਸੀਗਾ ਵੀ ਬੇਸ਼ੱਕ ਇਹ ਸੰਖਿਆ 'ਚ ਬਹੁਤ ਥੋੜੇ ਨੇ ਹਜੇ, ਪਰ ਇਹ ਸਾਰੇ ਦੇ ਜਿਹੜੇ ਹੈਗੇ ਆ, ਇਹਨਾਂ ਪਿੰਡ ਤੱਕ ਇਹਨਾਂ ਦਾ ਅੱਛਾ ਮਤਲਬ ਪ੍ਰਭਾਵ ਹੈਗਾ। ਜੇ ਪੁਲਿਸ ਨੇ ਕੋਈ ਜ਼ੋਰ ਜ਼ਬਰਦਸਤੀ ਕੀਤੀ ਤਾਂ ਹਾਲਾਤ ਪੰਜਾਬ ਦੇ ਵਿਗੜ ਸਕਦੇ ਆ। ਹਾਈ ਕੋਰਟ ਇਸ ਸਵਾਲ ਤੋਂ ਉਹਨਾਂ ਦੇ ਸੰਤੁਸ਼ਟ ਨਹੀਂ ਸੀਗਾ, ਉਹਨਾਂ ਨੇ DGP ਤੋਂ ਇਹਦੀ ਸਟੇਟਸ ਰਿਪੋਰਟ ਮੰਗੀ ਸੀ। ਤਾਂ ਪਿਛਲੀ ਜਿਹੜੀ ਮੀਟਿੰਗ ਸੁਣਵਾਈ ਸੀਗੀ, ਪਿਛਲੀ ਸੁਣਵਾਈ ਦੇ ਦੌਰਾਨ ADGP ਜਿਹੜੇ ਟ੍ਰੈਫਿਕ ਨੇ AS ਰਾਏ ਉਹ ਪੇਸ਼ ਹੋਏ ਸੀ, ਉਹਨਾਂ ਨੇ DGP ਵੱਲੋਂ ਐਫੀਡੇਵਿਟ ਪੇਸ਼ ਕੀਤਾ ਸੀਗਾ, ਪਰ ਹਾਈ ਕੋਰਟ ਨੇ ਕਿਹਾ ਕਿ ਨਹੀਂ DGP ਖੁਦ ਪੇਸ਼ ਹੋਣ। ਤਾਂ ਸੋ ਅੱਜ ਕੱਲ ਜਿਹੜਾ ਹੈਗਾ DGP ਖੁਦ ਪੇਸ਼ ਹੋਏ ਔਰ AG ਸਾਹਿਬ ਜਿਹੜੇ ਹੈਗੇ ਆ ਵਿਨੋਦ ਘਈ ਸਾਹਿਬ, ਉਹ ਉਹਨਾਂ ਨੂੰ ਸਿੱਧੇ ਉਹਨਾਂ ਦੇ ਚੈਂਬਰ 'ਚ ਲੈ ਗਏ ਤੇ ਮੇਰੇ ਖਿਆਲ ਉਹਨਾਂ ਨੇ ਜੋ ਵੀ ਆਪਣੀ ਗੱਲਬਾਤ ਕੀਤੀ ਹੈ ਉਹ ਚੈਂਬਰ 'ਚ ਹੀ ਕੀਤੀ ਹੈ, ਦੱਸਿਆ ਵੀ ਕਿਉਂ ਨਹੀਂ ਇੰਨੀ ਇੱਕਦਮ ਜ਼ੋਰ ਜ਼ਬਰਦਸਤੀ ਨਾਲ ਨਹੀਂ ਹਟਾਇਆ ਜਾ ਸਕਦਾ, ਹਾਲਾਤ ਵਿਗੜ ਸਕਦੇ ਆ ਲਾਅ ਐਂਡ ਆਰਡਰ ਦੇ। ਤਾਂ ਉਹਨਾਂ ਨੇ ਕਿਹਾ ਸਾਨੂੰ ਜੁਲਾਈ ਤੱਕ ਦਾ ਸਮਾਂ ਦੇ ਦਿਓ, ਅਸੀਂ ਜੁਲਾਈ ਤੱਕ ਇਹਨਾਂ ਨਾਲ ਗੱਲਬਾਤ ਕਰਕੇ ਜਿਹੜਾ ਹੈਗਾ ਉਹ ਹਟਵਾ ਦਾਂਗੇ। ਪਰ ਹਾਈ ਕੋਰਟ ਨੇ ਕਿਹਾ ਵੀ ਨਹੀਂ ਇਹ ਬਹੁਤ ਜ਼ਿਆਦਾ ਹੈ, ਤੁਸੀਂ 31 ਮਈ ਤੱਕ ਇਹ ਹਟਾਓ। ਸੋ 31 ਮਈ ਹੁਣ ਦੇਤੀ ਹੈ, ਦੇਖਣਾ ਇਹ ਹੈਗਾ ਕਿ ਮਤਲਬ ਪੁਲਿਸ ਜਾਂ ਜਿਹੜਾ ਕੋਈ ਪੋਲੀਟੀਕਲ ਮਤਲਬ ਕੋਈ ਸਾਈਡ ਤੋਂ ਇਹਦੇ ਉੱਤੇ ਕੋਈ ਗੱਲਬਾਤ ਕੌਮੀ ਮੋਰਚੇ ਵਾਲਿਆਂ ਨਾਲ ਸ਼ੁਰੂ ਹੋਏ ਤਾਂ ਜਾ ਕੇ ਇਹ ਕਿਤੇ ਖਤਮ ਹੋਏ। ਮਤਲਬ ਲੇਕਿਨ ਹਜੇ ਮੈਂ ਜਿਹੜੀ ਤੁਹਾਨੂੰ ਗੱਲ ਦੱਸੀ ਹੈ ਕਿ ਮੋਰਚਾ ਹਜੇ ਲੱਗਿਆ ਹੋਇਆ ਹੈ, ਬੇਸ਼ੱਕ ਬਹੁਤ ਥੋੜੇ ਬੰਦੇ ਨੇ, ਪਰ ਉਹ ਥੋੜੇ ਬੰਦੇ ਵੀ ਸੜਕਾਂ ਤੇ ਨਹੀਂ ਨੇ, ਉਹ ਆਪਣੇ ਜਿਹੜਾ ਬਣਿਆ ਹੋਇਆ ਵਿੱਚ ਫੁੱਟਪਾਥ ਹੈ ਉਸ ਤੇ ਉਹਨਾਂ ਨੇ ਟੈਂਟ ਟੁੰਟ ਲਗਾਏ ਹੋਏ। ਭਾਸਕਰ ਸਾਹਿਬ, ਇੱਕ ਹੋਰ ਅਹਿਮ ਸੁਣਵਾਈ ਕੱਲ ਚੰਡੀਗੜ੍ਹ ਦੇ ਵਿੱਚ ਸੀਗੀ ਔਰ ਉਹਦੇ ਵਿੱਚ ਜਿਹੜੇ ਡੇਰਾ ਮੁਖੀ ਨੇ ਰਾਮ ਰਹੀਮ ਸਿੰਘ, ਜਿਹੜੇ ਸਜ਼ਾ ਜਾਫਤਾ ਨੇ ਔਰ ਜੇਲ੍ਹ ਵਿੱਚ ਹੈ, ਉਹਨਾਂ ਨੇ ਕਲੋਜ਼ਰ ਰਿਪੋਰਟ ਦੀ ਕਾਪੀ ਮੰਗੀ ਸੀ ਜਿਹੜੀ CBI ਨੇ ਪੇਸ਼ ਕੀਤੀ ਸੀ ਬੇਅਦਬੀ ਮਾਮਲਿਆਂ 'ਚ।
ਕੱਲ ਉਹਨਾਂ ਨੂੰ ਦਿੱਤੀ ਗਈ ਹੈ। ਇਹੀ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਇੱਕ ਬੰਦੇ ਨੂੰ ਬੰਗਲੁਰੂ ਦੇ ਹਵਾਈ ਅੱਡੇ ਤੋਂ ਫੜਿਆ ਗਿਆ ਸੀ ਸੰਦੀਪ ਬਰੇਟਾ ਸਮਝ ਕੇ। ਕਿੰਨੀ ਹਾਸੋਹੀਣੀ ਤੇ ਅਜੀਬੋ-ਗਰੀਬ ਸਥਿਤੀ ਬਣ ਜਾਂਦੀ ਹੈ। ਕਿੱਥੇ ਸਾਰੇ ਚੈਨਲ ਸਭ ਜਗ੍ਹਾ ਇਹ ਖਬਰ ਔਰ ਇਹਦੀ ਪੁਸ਼ਟੀ ਜਦੋਂ ਪੰਜਾਬ ਪੁਲਿਸ ਕਰਦੇ ਤੇ ਉਸ ਤੋਂ ਬਾਅਦ ਜਦੋਂ ਮੌਕੇ ਤੇ ਜਾ ਕੇ, ਹੁਣ ਕਿੰਨੀ ਹੈਰਾਨੀ ਵਾਲੀ ਗੱਲ ਆ ਕਿ ਇੱਥੇ ਫਿੰਗਰਪ੍ਰਿੰਟ ਵੀ ਸ਼ਾਮਲ ਹੁੰਦੇ ਆ। ਇੱਥੇ ਤੁਹਾਨੂੰ ਆਇਡੈਂਟੀਟੀ ਦੇ ਨਜ਼ਰੀਏ ਤੋਂ ਜਦੋਂ ਤੁਸੀਂ ਲੁੱਕ ਆਊਟ ਨੋਟਿਸ ਜਾਰੀ ਕਰਦੇ ਹੋ ਜਾਂ ਤੁਸੀਂ ਰੈੱਡ ਕਾਰਨਰ, ਹੁਣ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਬੰਦੇ ਦੀ ਪਛਾਣ ਨਾਲ ਜੁੜੇ ਕਿੰਨੇ ਮਾਮਲੇ ਹੁੰਦੇ ਆ। ਤੁਸੀਂ ਲਗਭਗ ਕਈ ਘੰਟਿਆਂ ਤੱਕ ਇੱਕ ਬੰਦੇ ਨੂੰ ਸੰਦੀਪ ਬਰੇਟਾ ਸਮਝ ਕੇ ਬਿਠਾ ਛੜਿਆ ਤੇ ਮੌਕੇ ਤੇ ਜਾ ਕੇ ਪਤਾ ਲੱਗਿਆ ਕਿ ਇਹ ਤੇ ਸੰਦੀਪ ਮੰਨਨ ਹੈ। ਹੁਣ ਇਹ ਇੰਨੀ ਵੱਡੀ ਭਾਰੀ ਗਲਤੀ ਨੂੰ, ਗੁਨਾਹ ਵਰਗੀ ਗਲਤੀ ਨੂੰ ਤੁਸੀਂ ਕਿਵੇਂ ਪਰਿਭਾਸ਼ਿਤ ਕਰੋਗੇ? ਇਹਦਾ ਮਤਲਬ ਕਿੰਨੀ ਗੈਰ ਸੰਜੀਦਗੀ ਇਹਨਾਂ ਮਾਮਲਿਆਂ ਨੂੰ ਐਡਰੈਸ ਕਰਨ ਦੇ ਵਿੱਚ ਵਰਤੀ ਜਾਂਦੀ। ਬਿਲਕੁਲ ਇਹ ਮਾਮਲਾ ਬਿਲਕੁਲ ਅਜੀਬ ਜਿਹਾ ਹੈਗਾ ਔਰ ਖਾਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਕਿ ਡੇਰਾ ਮੁਖੀ ਨੇ ਇੱਕ ਪਟੀਸ਼ਨ ਪਾਈ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਇਨਵੈਸਟੀਗੇਸ਼ਨ ਔਰ ਸੀਬੀਆਈ ਦੀ ਉਹ ਕਲੋਜ਼ਰ ਰਿਪੋਰਟ, ਜਿਸ ਕਲੋਜ਼ਰ ਰਿਪੋਰਟ ਨੂੰ ਲੈ ਕੇ ਪੰਜਾਬ ਸਰਕਾਰ ਤੇ ਸੀਬੀਆਈ ਦੇ ਵਿੱਚ ਇੱਕ ਰਫੜ ਵੀ ਪਿਆ ਸੀ ਔਰ ਸੀਬੀਆਈ ਉਸ ਕਲੋਜ਼ਰ ਰਿਪੋਰਟ ਨੂੰ ਜਮ੍ਹਾਂ ਕਰਾਉਣਾ ਚਾਹੁੰਦੀ ਸੀ ਔਰ ਪੰਜਾਬ ਸਰਕਾਰ ਕਹਿੰਦੀ ਸੀ ਅਸੀਂ ਤੁਹਾਡੇ ਤੋਂ ਵਾਪਸ ਲੈ ਲਈ। ਔਰ ਇਸ ਮੁੱਦੇ ਦੇ ਉੱਤੇ ਚਿੱਠੀ ਵੀ ਹੋਈ ਸੀ ਦੋਨਾਂ ਦੇ ਵਿੱਚ। ਉਹਦੀ ਕਲੋਜ਼ਰ ਰਿਪੋਰਟ ਦੀ ਕਾਪੀ ਮੰਗੀ ਸੀਗੀ ਡੇਰਾ ਮੁਖੀ ਨੇ, ਜਿਹਨੂੰ ਹਾਈ ਕੋਰਟ ਨੇ ਦੇਣ ਵਾਸਤੇ ਕਹਿ ਦਿੱਤਾ। ਔਰ ਉਹ तमाम ਇਨਵੈਸਟੀਗੇਸ਼ਨ ਔਰ ਐਵੀਡੈਂਸਸ ਜਿਹੜਾ ਇਸ ਇਨਵੈਸਟੀਗੇਸ਼ਨ ਦੇ ਵਿੱਚ ਖਾਸ ਕਰਕੇ ਬੇਅਦਬੀ ਦੇ ਮਾਮਲੇ ਦੇ ਵਿੱਚ ਹਜੇ ਤੱਕ ਜਿੰਨੀ ਵੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਮਾਮਲੇ ਵਿੱਚ ਸਾਰੇ ਪ੍ਰੂਫ ਐਵੀਡੈਂਸ ਜਾਂ ਜੋ ਗਵਾਹ ਹੈਗੇ ਨੇ ਜਾਂ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੇ ਉਹ ਡੇਰਾ ਮੁਖੀ ਨੂੰ ਦੇਣ ਦਾ ਫੈਸਲਾ ਕੀਤਾ ਗਿਆ। ਹੁਣ ਸੰਦੀਪ ਬਰੇਟਾ ਦੇ ਮਾਮਲੇ ਦੇ ਵਿੱਚ ਵਾਕਈ ਰੰਧਾਵਾ ਜੀ ਏਦਾਂ ਹੁੰਦਾ ਹੈ, ਐਲਓਸੀ ਜਾਰੀ ਹੁੰਦੀ ਹੈ, ਐਲਓਸੀ ਦੇ ਵਿੱਚ ਅੱਖਾਂ ਦਾ ਸਾਰੀ ਚੀਜ਼ਾਂ ਯਾਨੀ ਫਿੰਗਰਪ੍ਰਿੰਟ ਤੋਂ ਲੈ ਕੇ ਤੁਹਾਡੀ ਅੱਖਾਂ ਦਾ ਵੀ ਹਿਸਾਬ ਕਿਤਾਬ ਲਿਖਿਆ ਹੁੰਦਾ ਔਰ ਉਸ ਤੋਂ ਬਾਅਦ ਹੀ ਬੰਦਾ ਆਇਡੈਂਟੀਫਾਈ ਹੁੰਦਾ ਹੈ ਕਿ ਜੀ ਜਿਹਦੀ ਤੁਸੀਂ ਐਲਓਸੀ ਜਾਰੀ ਕੀਤੀ ਹੈ ਉਹ ਆਪਾਂ ਫੜਿਆ ਹੋਇਆ ਤੇ ਆ ਜਾਓ। ਪੰਜਾਬ ਪੁਲਿਸ ਉੱਥੇ ਜਾਂਦੀ ਹੈ ਔਰ ਬਾਅਦ ਚੋਂ ਨਿਕਲਦਾ ਵੀ ਉਹ ਬੰਦਾ ਅਲੱਗ ਹੀ ਨਿਕਲਿਆ। ਹੁਣ ਇਸ ਗੱਲ ਦਾ ਜਵਾਬ ਹਜੇ ਤੱਕ ਅਖਬਾਰਾਂ ਦੇ ਵਿੱਚ ਤੇ ਨਹੀਂ ਛਪਿਆ ਕਿ ਵੀ ਸੰਦੀਪ ਬਰੇਟਾ ਨਹੀਂ ਸੀ ਤੇ ਫਿਰ ਉਹਨੂੰ ਸੰਦੀਪ ਬਰੇਟਾ ਕਿਉਂ ਕਿਹਾ ਗਿਆ। ਸੰਦੀਪ ਬਰੇਟਾ ਉਹ ਵਿਅਕਤੀ ਹੈ ਜਿਹੜਾ ਕਾਰਿਆਕਾਰਣੀ ਸਦੱਸਿਆ ਸੀਗਾ, ਐਗਜ਼ੀਕਿਊਟਿਵ ਮੈਂਬਰ ਸੀਗਾ ਡੇਰੇ ਦਾ ਔਰ ਡੇਰੇ ਦੇ ਵਿੱਚ ਹੀ ਰਹਿੰਦਾ ਸੀਗਾ ਜਦ ਬੇਅਦਬੀ ਹੋਈ ਸੀਗੀ ਔਰ ਉਹ ਇੱਕ ਮੁੱਖ ਆਰੋਪੀ ਦੇ ਰੂਪ ਵਿੱਚ ਨਾਮਜ਼ਦ ਵੀ ਕੀਤਾ ਹੋਇਆ ਹੈ। ਉਹ ਬਾਅਦ ਚੋਂ ਕੋਈ ਹੋਰ ਸੰਦੀਪ ਮੰਨਣ ਨਿਕਲਿਆ। ਇਹ ਗੱਲਾਂ ਸਮਝ ਤੇ ਨਹੀਂ ਆਉਣ ਵਾਲੀਆਂ, ਪਰ ਕਈ ਵਾਰ ਪੁਲਿਸ ਸਮਝਾਉਣ ਵਾਸਤੇ ਬਹੁਤਾ ਸਮਝਾਉਂਦੀ ਵੀ ਨਹੀਂ ਤੇ ਇਸ ਕਰਕੇ ਹਜੇ ਇਹ ਮਾਮਲਾ ਕੀ ਨਿਕਲੇਗਾ ਅੱਗੇ ਚੱਲ ਕੇ ਪਤਾ ਨਹੀਂ। ਪਰ ਹਾਂਜੀ, ਤੁਸੀਂ ਕੁਝ ਕਹਿ ਰਹੇ ਸੀਗੇ। ਮੈਂ ਤਾਂ ਇਹਦੇ ਚ ਇਹੀ ਇੰਨਾ ਕੀ ਕਹਿਣਾ ਸੀਗਾ ਕਿ ਜਦੋਂ ਐਡੀ ਵੱਡੀ ਗਲਤੀ ਹੋ ਜਾਂਦੀ ਹੈ ਤਾਂ ਜਿਸ ਦੇ ਨਾਲ ਹੋਈ ਹੈ ਜੋ ਸੰਦੀਪ ਮੰਨਨ ਹੈ, ਉਹ ਕਹਿੰਦੇ ਕਿ ਉਸ ਟਾਈਮ ਉੱਥੋਂ ਆਪਣੀ ਜਿਹੜੀ ਕੰਪਨੀ ਜਿਸ ਤੋਂ ਕੰਮ ਕਰ ਰਿਹਾ ਹੈ ਉਹਨੇ ਚਾਈਨਾ ਦੇ ਸ਼ੰਘਾਈ ਸ਼ਹਿਰ 'ਚ ਜਾਣਾ ਸੀਗਾ, ਉਹ ਕਾਰੋਬਾਰ ਦਾ ਕੋਈ ਮੀਟਿੰਗ ਹੋਏਗੀ, ਤੁਸੀਂ ਉਹਨਾਂ ਨੂੰ ਰੋਕ ਲਿਆ, ਉਹ ਨਹੀਂ ਜਾ ਸਕਿਆ। ਇਹ ਜਿਹੜਾ ਇੱਕ ਤਾਂ ਇਹ ਨੁਕਸਾਨ ਜਿਹੜਾ ਉਹਦਾ ਹੋਇਆ ਹੋਊਗਾ ਸੋ ਇਹ ਤਾਂ ਭਰਪਾਈ ਯੋਗ ਹੈ, ਤੁਸੀਂ ਕਹਿ ਦੋਗੇ ਵੀ ਲੋ ਜੀ ਇੰਨੇ ਤੁਹਾਡਾ ਨੁਕਸਾਨ ਕਰ ਲੈਣ। ਪਰ ਜਿਹੜਾ ਇੱਕ 24 ਘੰਟਿਆਂ ਦੇ ਦੌਰਾਨ ਤੁਸੀਂ ਉਹਦੇ ਫੈਮਿਲੀ ਜਾਂ ਉਹਦੇ ਜਿਹੜੇ ਖੁਦ ਉਹਦੇ ਦੋਸਤ ਮਿੱਤਰ ਉਹ ਜਿਹੜੇ ਮਤਲਬ ਉਹਨਾਂ ਨੂੰ ਜਿਹੜੇ ਮਾਨਸਿਕ ਤਣਾਅ ਚੋਂ ਗੁਜ਼ਰਨਾ ਪਿਆ ਹੋਊਗਾ, ਉਹਦੀ ਵਾਈਫ ਸਪੈਸ਼ਲੀ ਗਈ ਉੱਥੇ, ਮਤਲਬ ਇਹ ਸਾਰੀਆਂ ਚੀਜ਼ਾਂ ਦੀ ਭਰਪਾਈ ਕਿਵੇਂ ਹੋਊਗੀ? ਕੀ ਆਪਾਂ ਕ੍ਰੈਡਿਟ ਵਾਰ ਦੇ ਉੱਤੇ ਲੱਗੇ? ਮੈਨੂੰ ਇਹ ਲੱਗ ਰਿਹਾ ਸੀ ਜਿਵੇਂ ਵੀ SIT ਇਹ ਸਾਬਿਤ ਕਰਨਾ ਚਾਹੁੰਦੀ ਹੋਵੇ ਵੀ ਹੁਣ ਕਿਉਂਕਿ ਉਹਨਾਂ ਦੀ ਡਿਊਟੀ ਲੱਗੀ ਹੈ, ਇਹ ਜਿਹੜਾ ਪਿਛਲੇ 8 ਸਾਲਾਂ ਤੋਂ ਲਟਕ ਰਿਹਾ ਕਿ ਜਾਂਚ ਜਿਹੜੀ ਲਟਕ ਰਹੀ ਹੈ ਉਹ ਫਟਾਫਟ ਨਿਪਟਾ ਦਾਂਗੇ ਅਸੀਂ। ਤੇ ਉਹ ਫਟਾਫਟ ਨਿਪਟਾਣ ਨੂੰ ਲੈ ਕੇ ਜਿਹੜੀ ਨਿਰਦੋਸ਼ ਲੋਕਾਂ ਨੂੰ, ਜਦੋਂ ਇਨੋਸੈਂਟ ਲੋਕ ਨੇ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਮਤਲਬ ਪਕੜ ਲੈਂਦੇ ਹੋ, ਤਾਂ ਮੈਨੂੰ ਲੱਗਦਾ ਕਿ ਉਹ ਜਿਹੜਾ ਮੈਂਟਲੀ ਟੌਰਚਰ ਹੁੰਦਾ ਹੈ ਉਹ ਸ਼ਾਇਦ ਉਹਦੀ ਭਰਪਾਈ ਤਾਂ ਕਦੇ ਹੋ ਹੀ ਨਹੀਂ ਸਕਦੀ। ਇਸ ਦੇ ਉੱਤੇ ਵੀ ਖਾਸ ਖਿਆਲ ਰੱਖਣਾ ਚਾਹੀਦਾ। ਕੋਈ ਅਦਰਵਾਈਜ਼ ਵੀ ਪੁਲਿਸ ਇਸ ਤਰ੍ਹਾਂ ਕੰਮ ਕਰਦੀ ਹੈ ਬਹੁਤ ਵਾਰੀ ਕਿ ਜਦੋਂ ਕਿਸੇ ਨੂੰ ਪਕੜ ਲੈਂਦੇ ਹੈ ਤਾਂ ਉਸੇ ਟਾਈਮ ਗ੍ਰਿਫਤਾਰੀ ਨਹੀਂ ਦਿਖਾਉਂਦੇ ਜਦ ਤੱਕ ਕਿ ਉਸ ਤੋਂ ਚੰਗੀ ਤਰ੍ਹਾਂ ਕੋਈ ਪੁੱਛਤਾਛ ਨਾ ਕਰ ਲੈਣ ਜਾਂ ਹੋਰ ਜੋ ਚੀਜ਼ ਉਹਨਾਂ ਨੇ ਪਤਾ ਕਰਨੀਆਂ ਕਰ ਲੈਣ, ਫਿਰ ਉਹ ਦਿਖਾਉਂਦੇ ਕਿ ਅਸੀਂ ਫਲਾਣੀ ਜਗ੍ਹਾ ਤੋਂ ਪਕੜ ਲਿਆ। ਹਾਲਾਂਕਿ ਕਈ ਵਾਰੀ ਬਹੁਤ ਵਾਰੀ ਏਦਾਂ ਹੀ ਹੁੰਦਾ ਕਿ ਉਹ ਪਕੜਿਆ ਕਿਤੋਂ ਹੋਰ ਹੁੰਦਾ ਹੈ, ਦਿਖਾਇਆ ਕਿਤੋਂ ਹੋਰ ਜਾਂਦਾ ਹੈ। ਸੋ ਇਸ ਮਾਮਲੇ 'ਚ ਵੀ ਏਦਾਂ ਦਾ ਇੱਕ ਕੀਤਾ ਜਾ ਸਕਦਾ ਸੀ, ਇੰਨੀ ਕੋਈ ਕਾਹਲ ਦੀ ਨਹੀਂ ਸੀ। ਜਦੋਂ ਤੱਕ ਪੁਲਿਸ ਦੀ ਟੀਮ ਆਂਦੀ, ਪੰਜਾਬ ਪੁਲਿਸ ਦੀ ਵੈਰੀਫਾਈ ਕਰ ਲੈਂਦੀ, ਉਦੋਂ ਤੁਸੀਂ ਡਿਸਾਈਡ ਕਰਦੇ ਵੀ ਹਾਂ ਇਹ ਬੰਦਾ ਉਹੀ ਹੈ, ਤਾਂ ਕੋਈ ਗੱਲ ਹੈ। ਲੇਕਿਨ ਇਸ ਤਰ੍ਹਾਂ ਕ੍ਰੈਡਿਟ ਵਾਰ ਦੇ ਚੱਕਰ 'ਚ ਮੈਨੂੰ ਲੱਗਦਾ ਕਿ ਪੈਣਾ ਨਹੀਂ ਚਾਹੀਦਾ। ਇਹ ਬਹੁਤ ਹਰਾਸ ਕਰਦਾ ਲੋਕਾਂ ਨੂੰ।
ਕੁਦਰਤੀ ਹੈ, ਜਿਹਦੇ ਨਾਲ ਵਾਪਰਿਆ ਮਾਨਸਿਕ ਪੀੜਾ ਇੰਨੀ, ਉਹਦੀ ਕੌਣ ਵਾਕਈ ਭਰਪਾਈ ਕਰੂਗਾ? ਕਿਸੇ ਨਾਲ ਵੀ ਅਜਨਬੀ ਨਾਲ ਜਿਹਦਾ ਕੋਈ ਲੈਣ ਦੇਣ ਤੱਕ ਨਾ ਹੋਵੇ, ਉਹਨੂੰ ਉੱਥੇ ਸਾਈਡ ਤੇ ਡਿਟੇਨ ਕਰ ਲਿਆ ਜਾਵੇ, ਰੋਕ ਲਿਆ ਜਾਵੇ, ਪਾਸੇ ਹੋ ਕੇ ਬਹਿ ਜਾ, ਉਹਨੂੰ ਸਮਝ ਨਹੀਂ ਆਉਂਦੀ ਉਹਦੇ ਨਾਲ ਹੋ ਕੀ ਰਿਹਾ। ਖੈਰ, ਆਪਾਂ ਭਾਸਕਰ ਸਾਹਿਬ, ਜੇ ਤੁਸੀਂ ਖਬਰ ਅਗਲੀ ਪੜ੍ਹੀ ਹੋਵੇ, ਮੈਂ ਉਹ ਖਬਰ ਦੈਨਿਕ ਭਾਸਕਰ ਦੇ ਵਿੱਚ ਦੇਖੀ ਹੈ ਕਿ ਮੰਤਰੀ ਸਾਹਿਬ ਨੇ ਬੁਲਾਏ ਸੀਗੇ ਮਿਡ ਡੇ ਮੀਲ ਵਾਲੇ ਸ਼ਾਇਦ, ਤੇ ਉਹਨਾਂ ਦੇ ਨਾਲ ਕੋਈ ਦੂਜੀ ਯੂਨੀਅਨ ਵਾਲੇ ਆ ਗਏ ਤੇ ਮੰਤਰੀ ਸਾਹਿਬ ਹੋ ਗਏ ਗੁੱਸੇ। ਚੰਡੀਗੜ੍ਹੋਂ ਇਹ ਖਬਰ ਲੱਗੀ ਆ, ਮੈਨੂੰ ਦਿਲਚਸਪ ਲੱਗੀ। ਮਾਮਲਾ ਹੈਗਾ ਹਰਜੋਤ ਬੈਂਸ, ਸਿੱਖਿਆ ਮੰਤਰੀ ਦਾ। ਵੱਡੇ ਮੰਤਰੀ ਨੇ, ਅਕਸਰ ਕੂਲ ਰਹਿੰਦੇ ਨੇ, ਮੰਨਿਆ ਜਾਂਦਾ ਹੈ ਕਿ ਕਾਫੀ ਮਿਹਨਤ ਕਰਦੇ ਆਪਣੇ ਮਹਿਕਮੇ ਦੇ ਵਿੱਚ। ਉਹਨਾਂ ਨੂੰ ਗੁੱਸਾ ਆਇਆ, ਪੁਲਿਸ ਸੱਦ ਲਈ ਗਈ, ਬੰਦੇ ਅੰਦਰ ਚਲੇ ਗਏ ਭੇਜਤੇ ਥਾਣੇ ਦੇ, ਪਰਚਾ ਕੋਈ ਨਹੀਂ ਹੋਇਆ। ਸ਼ਾਮ ਨੂੰ ਤੌਰ ਤੇ ਮਾਮਲੇ ਇਦਾਂ ਦੇ ਵੀ ਆ ਜਾਂਦੇ, ਜੇ ਆ ਹੀ ਗਏ ਸੀ, ਗਰੀਬ ਇੰਨਾ ਟਰੈਵਲ ਕਰਕੇ ਸੁਣੀ ਲੈਂਦੇ, ਇੰਨਾ ਗੁੱਸਾ ਕਿਉਂ ਦਿਖਾਉਣਾ? ਕੀ ਕਹਿੰਦੇ? ਦੇਖੋ, ਸਿੱਖਿਆ ਮੰਤਰੀ ਨੂੰ ਗੁੱਸਾ ਚੜਦਾ ਹੈ। ਮੈਨੂੰ ਲੱਗਦਾ ਹੈ ਕਿ ਪਿਛਲੀ ਸਰਕਾਰਾਂ ਦੇ ਵਿੱਚ ਜਦ ਵਿਜੇਂਦਰ ਸਿੰਗਲਾ ਉਹਨਾਂ ਸਿੱਖਿਆ ਮੰਤਰੀ ਸੀਗੇ ਤੇ ਧਰਨੇ ਪ੍ਰਦਰਸ਼ਨ ਹੁੰਦੇ ਸੀ ਸੰਗਰੂਰ ਵਾਲੀ ਸਾਈਡ, ਸਾਡੇ ਜਲੰਧਰ ਵਾਲੇ ਪ੍ਰਗਟ ਸਿੰਘ ਬਣੇ ਤੇ ਉਹਨਾਂ ਦਾ ਘਰ ਚਾਰੋਂ ਤਰਫ ਤੋਂ ਘੇਰਿਆ ਹੋਇਆ ਸੀਗਾ। ਉਸ ਤੋਂ ਪਹਿਲੇ ਵੀ ਜਦੋਂ ਕੋਈ ਵੀ ਸਿੱਖਿਆ ਮੰਤਰੀ ਬਣੇ, ਮੀਤ ਹੇਅਰ ਬਣੇ, ਉੱਥੇ ਵੀ ਬਰਨਾਲੇ ਧਰਨਾ 24 ਘੰਟੇ ਉਹਨਾਂ ਦਾ ਘਰ ਘੇਰਿਆ ਹੀ ਹੁੰਦਾ ਸੀਗਾ। ਹੁਣ ਹਰਜੋਤ ਬੈਂਸ ਉਹਨਾਂ ਦਾ ਵੀ ਘਰ ਕਈ ਵਾਰ ਘੇਰਿਆ ਜਾ ਚੁੱਕਿਆ ਹੈ। ਤੇ ਹੁਣ ਇਹ ਜਿਹੜੀ ਮੀਟਿੰਗ ਬੁਲਾਈ ਸੀ, ਮਿਡ ਡੇ ਮੀਲ ਵਾਲਿਆਂ ਦੀ ਬੁਲਾਈ ਹੋਈ ਸੀਗੀ, ਉੱਥੇ ਮੀਟਿੰਗ ਸ਼ੁਰੂ ਹੋ ਗਈ। ਮੀਟਿੰਗ ਸ਼ੁਰੂ ਹੋਣ ਤੋਂ ਬਾਅਦ, ਕਿਉਂਕਿ ਪਹਿਚਾਣਦੇ ਸੀਗੇ ਲੀਡਰਾਂ ਨੂੰ, ਹਜੇ 21 ਤਰੀਕ ਨੂੰ ਹੀ ਧਰਨਾ ਦੇ ਕੇ ਹਟੇ ਸੀਗੇ ਪੰਜਾਬ ਸਬਆਰਡੀਨੇਟ ਸਰਵਿਸਿਜ਼ ਦੀ ਫੈਡਰੇਸ਼ਨ ਦੇ ਲੀਡਰ। ਉਹ ਕਹਿੰਦੇ ਤੁਸੀਂ ਕਿਉਂ ਬੈਠੇ ਹੋ? ਉਹ ਕਹਿੰਦੇ ਜੀ ਜਨਾਬ, ਅਸੀਂ ਵੀ, ਸਾਡੀ ਵੀ ਮੰਗਾਂ ਹੈਗੀਆਂ, ਆਪਾਂ ਵੀ ਤੁਹਾਡੇ ਤੋਂ ਕੁਝ ਮੰਗਣ ਨਹੀਂ ਆਏ ਆ, ਕੋਈ ਗੱਲ ਕਰਨ ਆਏ ਆ। ਕਹਿੰਦੇ ਤੁਹਾਨੂੰ ਤਾਂ ਬੁਲਾਇਆ ਨਹੀਂ, ਆਪਾਂ ਤਾਂ ਮਿਡ ਡੇ ਮੀਲ ਵਾਲਿਆਂ ਨੂੰ ਬੁਲਾਇਆ। ਤੇ ਬਹਿਸਬਾਜ਼ੀ ਸ਼ੁਰੂ ਹੋ ਗਈ, ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ। ਪੁਲਿਸ ਬੁਲਾਣੀ ਪਈ, ਪੁਲਿਸ ਫਿਰ ਲੈ ਕੇ ਗਈ ਉਹ ਸਾਰਿਆਂ ਨੂੰ ਤੇ ਥਾਣੇ ਦੇ ਵਿੱਚ ਘੇਰ ਕੇ ਬੰਦ ਕਰਕੇ ਰੱਖਿਆ ਥੋੜੀ ਦੇਰ ਦੇ ਵਾਸਤੇ। ਸ਼ਾਮ ਨੂੰ ਛੱਡ ਜ਼ਰੂਰ ਦਿੱਤਾ, ਪਰ ਹੁਣ ਮੰਤਰੀ ਜੀ ਕੋਲ ਮੰਗਾਂ ਲੈਣ ਵਾਸਤੇ ਪਹੁੰਚ ਹੀ ਗਏ ਸੀਗੇ ਤੇ ਸੁਣ ਲੈਂਦੇ ਗਰੀਬਾਂ ਦੀ ਗੱਲਾਂ। ਜੋ ਕੁਝ ਚਾਹੇ ਫੈਸਲੇ ਤੇ ਸਰਕਾਰਾਂ ਟਾਈਮ ਤੇ ਹੀ ਕਰਦੀ ਹੁੰਦੀ ਹੈ, ਪਰ ਕਿਉਂਕਿ ਉਹ ਉੱਥੇ ਪਹੁੰਚ ਗਏ ਤੇ ਉਹਨੂੰ ਗ੍ਰਿਫਤਾਰ ਕਰਾ ਦਿਓ, ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿਓ। ਇਹ ਥੋੜੀ ਜੀ ਗੱਲ ਹਰਜੋਤ ਬੈਂਸ ਵਰਗੇ ਯੰਗ ਐਨਰਜੈਟਿਕ ਸਿੱਖਿਆ ਮੰਤਰੀ ਦੇ ਨੂੰ ਉਹਨਾਂ ਦੀ ਪਰਸਨੈਲਿਟੀ ਦੇ ਨਾਲ ਮੈਚ ਨਹੀਂ ਕਰਦੇ। ਉਹ ਵੀ ਖਾਸ ਕਰਕੇ ਜਦ ਕੋਈ ਵੀ ਗੱਲ ਸਰਕਾਰੀ ਪੱਧਰ ਤੇ ਹੁੰਦੀ ਹੈ ਤੇ ਲੋਕਾਂ ਦੀ ਗੱਲਾਂ ਸੁਣਨ ਵਾਸਤੇ ਤੇ ਤੁਹਾਨੂੰ ਮੰਤਰੀ ਬਣਾਇਆ ਹੋਇਆ, ਏਦਾਂ ਬਣ ਕੇ ਤੁਸੀਂ ਥਾਣੇ ਦੇ ਵਿੱਚ ਪਹੁੰਚਾ ਦੋਗੇ ਤੇ ਜੋ ਕਿ ਤੁਹਾਨੂੰ ਗੱਲ ਕਰਨ ਵੀ ਆਇਆ, ਇਹ ਗੱਲ ਸ਼ੋਭਾ ਨਹੀਂ ਦਿੰਦੀ, ਸਰਕਾਰ ਨੂੰ ਵੀ ਨਹੀਂ ਦਿੰਦੀ, ਖਾਸ ਕਰਕੇ ਹਰਜੋਤ ਬੈਂਸ ਉਹਨਾਂ ਨੂੰ ਤਾਂ ਬਿਲਕੁਲ ਨਹੀਂ ਦਿੰਦੀ। ਹਾਂ, ਹੁੰਦਾ ਕੀ ਹੈ ਕਿ ਸਾਡੇ ਪੰਜਾਬੀਆਂ 'ਚ ਮੰਨਿਆ ਜਾਂਦਾ, ਜਦੋਂ ਇਹਨਾਂ ਨੂੰ ਗੁੱਸਾ ਆਵੇ ਫਿਰ ਇਹ ਠੋਕਵੀਂ ਪੰਜਾਬੀ ਤੇ ਆਉਂਦੇ ਆ, ਤੇ ਜਦੋਂ ਸਾਡੇ ਇਹ ਸਿੱਖਿਆ ਮੰਤਰੀ ਨੂੰ ਗੁੱਸਾ ਆਉਂਦਾ, ਉਹ ਠੋਕਵੀਂ ਅੰਗਰੇਜ਼ੀ ਤੇ ਆਉਂਦੇ। ਮੈਂ ਵਿਧਾਨ ਸਭਾ 'ਚ ਵੇਖਿਆ ਸੀ, ਜੇਲ੍ਹਾਂ ਦੇ ਮੰਤਰੀ ਹੁੰਦਿਆਂ ਸੁਖਜਿੰਦਰ ਸਿੰਘ ਰੰਧਾਵਾ ਦੇ ਪੂਰੇ ਸਾਹਮਣੇ ਤਲਖ ਤੇਵਰਾਂ ਨਾਲ ਪੇਸ਼ ਹੋਏ। ਬਾਅਦ ਦੇ ਵਿੱਚ ਜਿਹੜੀ ਜਾਂਚ ਬਿਠਾਈ ਗਈ, ਉਹਦੇ ਵਿੱਚ ਕਿਸੇ ਸਿਆਸੀ ਬੰਦੇ ਦਾ ਜ਼ਿਕਰ ਹੀ ਨਹੀਂ ਛੇੜਿਆ ਗਿਆ। ਉਹ ਜਿਹੜੇ ਅਫਸਰ ਸੀਗੇ, ਉਹਨਾਂ ਨੇ ਬਾਰ-ਬਾਰ ਹੀ ਕੱਢਤਾ। ਮੈਨੂੰ ਲੱਗਦਾ ਉਹ ਵੀ ਗੁੱਸਾ ਉਹਨਾਂ ਨੂੰ ਹੋਣਾ। ਬਾਕੀ ਸਾਡੀਆਂ ਯੂਨੀਅਨ ਵਾਲੇ ਵੀ ਬੜੇ ਟੇਢੇ ਆ, ਇੰਦਰਪ੍ਰੀਤ ਜੀ, ਇਹ ਵੀ ਮੁਰਦਾਬਾਦ ਕਰਨ ਲੱਗਿਆ ਤੇ ਅਗਲੇ ਦੇ ਘਰ ਤੱਕ ਪਹੁੰਚ ਜਾਂਦੇ ਆ। ਗੁੱਸਾ ਹੋਣਾ ਯਾਰ, ਇਹ ਨਵੇਂ ਐਕਚੁਅਲੀ ਪੁਰਾਣੇ ਜਿਹੜੇ ਖੁੰਗ ਨੇ ਨਾ, ਪੁਰਾਣੇ ਜਿਹੜੇ ਘਾਗ ਸਿਆਸਤਦਾਨ ਹੈ, ਉਹਨਾਂ ਦੀ ਕੋਈ ਮੁਰਦਾਬਾਦ ਕਰੇ ਤੇ ਉਹ ਕਹਿੰਦੇ ਇਹਦਾ ਮਤਲਬ ਆਪਾਂ ਵੱਡੇ ਲੀਡਰ ਬਣ ਗਏ। ਨਵੇਂ ਲੀਡਰ ਜਿਹੜੇ ਉਹ ਕਹਿੰਦੇ ਯਾਰ ਇਹ ਮੁਰਦਾਬਾਦ, ਮੈਂ ਚੰਗਾ ਭਲਾ ਜੀਂਦਾ ਹੈ, ਮੈਨੂੰ ਮੁਰਦਾ ਬਣਾਈ ਜਾਂਦੇ। ਸੋ ਮੈਨੂੰ ਲੱਗਦਾ ਉਹ ਵੀ ਗੁੱਸੇ ਗਲੇ ਹੋ ਜਾਂਦੇ ਆ ਵੈਸੇ। ਹਾਂਜੀ, ਬਾਕੀ ਮੈਨੂੰ ਲੱਗਦਾ ਸਿੱਖਿਆ ਮੰਤਰੀ ਦਾ ਘਰ ਨਾ ਸਰਕਾਰ ਨੂੰ ਕੋਈ ਖਾਸ ਜੰਗਲ ਜੁੰਗਲ ਵਿੱਚ ਬਣਾਉਣਾ ਚਾਹੀਦਾ, ਕਿਉਂਕਿ ਉੱਥੇ ਜਿਸ ਤਰੀਕੇ ਦਾ ਪ੍ਰਦਰਸ਼ਨ ਸਿੱਖਿਆ ਮੰਤਰੀ ਬਣਨ ਤੋਂ ਬਾਅਦ ਉਹਦੇ ਘਰ ਦੇ ਆਲੇ ਦੁਆਲੇ ਹੁੰਦਾ ਹੈ, ਘਰਦਿਆਂ ਨੂੰ ਵੀ ਤੇ ਪੜੋਸੀਆਂ ਨੂੰ ਵੀ ਬੜੀ ਪਰੇਸ਼ਾਨੀ ਹੁੰਦੀ ਹੈ। ਇੱਕ ਆਈਸੋਲੇਟਿਡ ਜਗ੍ਹਾ ਲੱਭਣੀ ਚਾਹੀਦੀ ਹੈ ਜਿੱਥੇ ਬਕਾਇਦਾ ਤੌਰ ਤੇ ਸਿੱਖਿਆ ਮੰਤਰੀ ਦਾ ਘਰ ਹੋਏ। ਉੱਥੇ ਫਿਰ ਧਰਨੇ ਪ੍ਰਦਰਸ਼ਨ, ਪਾਣੀ ਪੂਣੀ ਦਾ ਪ੍ਰਬੰਧ ਵੀ ਰੱਖਣਾ ਚਾਹੀਦਾ, ਔਰ ਇੱਕ ਚੋਰ ਦਰਵਾਜ਼ਾ ਜਾਂ ਇੱਕ ਏਦਾਂ ਦਾ ਵੀ ਰੱਖਣਾ ਚਾਹੀਦਾ ਜਿੱਥੋਂ ਸਿੱਖਿਆ ਮੰਤਰੀ ਆ ਜਾ ਸਕੇ। ਇਹ ਇੱਕ ਬੜੀ ਮੁਸੀਬਤ ਹੈ ਰੰਧਾਵਾ ਜੀ, ਇਹ ਗੱਲ ਤੁਹਾਨੂੰ ਸੁਣਨ ਚ ਸੌਖੀ ਲੱਗ ਰਹੀ ਹੈ। ਸਿੱਖਿਆ ਮੰਤਰੀਆਂ ਤੋਂ ਪੁੱਛੋ, ਜਦ ਤੁਹਾਡਾ ਘਰ ਚਾਰੋਂ ਤਰਫੋਂ ਘੇਰਿਆ ਹੁੰਦਾ ਹੈ, ਤੁਸੀਂ ਹੁਣ ਹੈਲੀਕਾਪਟਰ ਉੱਥੇ ਲੈ ਕੇ ਨਹੀਂ ਆ ਸਕਦੇ, ਜਾਓਗੇ ਕਿੱਥੋਂ? ਜੇ ਜਾਓਗੇ ਤੇ ਫਿਰ ਵਾਪਸ ਕਿੱਦਾਂ ਆਓਗੇ? ਨਹੀਂ ਦੇਖੋ, ਬਦਸ਼ਗਨੀ ਹੋਰ ਵੀ ਹੋ ਜਾਂਦੀ ਹੈ ਨਾ। ਸਾਡੇ ਨਾ ਇੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕੋ ਹਲਕੇ ਦੇ ਦੋ ਬੰਦੇ, ਕਦੇ ਪ੍ਰਤਾਪ ਸਿੰਘ ਬਾਜਵਾ ਤੇ ਸੇਵਾ ਸਿੰਘ ਸੇਖਵਾਂ, ਦੋਵੇਂ ਸਿੱਖਿਆ ਮੰਤਰੀ ਹੁੰਦੇ, ਤੇ ਕਹਿੰਦੇ ਵੀ ਜਿਹੜਾ ਇੱਕ ਵਾਰੀ ਸਿੱਖਿਆ ਮੰਤਰੀ ਬਣ ਗਿਆ, ਮੁੜ ਕੇ ਉਹਦੀਆਂ ਜੜ੍ਹਾਂ 'ਚ ਬਹਿ ਜਾਂਦੀਆਂ ਯੂਨੀਅਨਾਂ, ਤੇ ਇਹ ਦੁਬਾਰਾ ਮੁੜ ਕੇ ਜਿੱਤ ਕੇ ਨਹੀਂ ਆਉਂਦੇ। ਵੱਖਰੀ ਗੱਲ, ਇਹ ਧਾਰਨਾ ਤੋੜਤੀ ਪ੍ਰਗਟ ਸਿੰਘ ਨੇ। ਮੈਨੂੰ ਲੱਗਦਾ ਉਹਨਾਂ ਦੀ ਟਨਿਓਰ, ਉਹਨਾਂ ਦਾ ਸਮਾਂ ਬੜਾ ਥੋੜਾ ਸੀ, ਇਸ ਕਰਕੇ ਉਹ ਬਚ ਗਏ ਵਾਲ-ਵਾਲ। ਅਦਰਵਾਈਜ਼ ਸਿੱਖਿਆ ਦਾ ਮਹਿਕਮਾ ਲੈਣਾ ਤੇ ਵੈਸੇ ਹੀ ਬੜਾ ਟੇਢਾ ਮਾਮਲਾ ਹੈ। ਉਂਝ ਹਰਜੋਤ ਬੈਂਸ ਕਹਿੰਦੇ ਵੀ ਮੈਨੂੰ ਲਗਾ ਬੜਾ ਸਿੱਖਿਆ, ਇਹਨਾਂ ਮੈਨੂੰ ਦਿੱਤੀ, ਮੇਰੇ ਤੇ ਕਰਮ ਕਰਤਾ।
ਪਰ ਉਹ ਪੁਰਾਣੇ ਤਜਰਬਿਆਂ ਵਾਲੇ ਕਹਿੰਦੇ ਆ ਵੀ ਭਰਾਵਾ ਜਿੰਨੀ ਮਰਜ਼ੀ એનર્ਜੀ ਹੋਵੇ ਇਹ ਬੰਦੇ ਨੂੰ ਨਾ ਸੁਸਤ ਜਿਹਾ ਕਰ ਦਿੰਦੇ। ਇੰਦਰਪ੍ਰੀਤ ਜੀ ਕੁਝ ਕਹਿਣਾ ਚਾਹੁੰਦੇ ਨੇ, ਕਹਿ ਸੁਣ ਲੈਂਦੇ ਆ। ਮੈਂ ਰੰਧਾਵਾ ਸਾਹਿਬ, ਅਸਲ 'ਚ ਇਹ ਜਿਹੜੇ ਧਰਨੇ ਪ੍ਰਦਰਸ਼ਨ ਹੋ ਰਹੇ ਨੇ, ਮੈਂ ਉਹਦੀ ਮੂਲ ਜੜ 'ਚ ਜਾਣਾ ਚਾਹੁੰਦਾ ਕਿ ਐਕਚੁਅਲੀ ਹੋ ਕਿਉਂ ਰਹੇ ਨੇ। ਦੇਖੋ, ਮੈਂ ਜਦ ਤੱਕ ਤੋਤਾ ਸਿੰਘ ਲਾਸਟ ਮੈਂ ਦੇਖਿਆ, ਸ਼ਾਇਦ ਉਸ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਐਜੂਕੇਸ਼ਨ ਮਿਨਿਸਟਰ ਨਹੀਂ ਦੇਖਿਆ ਜਿਹਦੇ ਖਿਲਾਫ ਧਰਨੇ ਪ੍ਰਦਰਸ਼ਨ ਇਸ ਤਰ੍ਹਾਂ ਨਾ ਲੱਗੇ ਹੋਣ। ਉਹਦਾ ਵੱਡਾ ਕਾਰਨ ਇਹ ਹੈ ਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਤੁਸੀਂ ਭਰਤੀਆਂ ਜਿਹੜੀਆਂ ਨੇ ਉਹ ਇੰਨੇ ਤਰ੍ਹਾਂ ਦੀਆਂ ਕਰਤੀਆਂ ਨੇ ਕਿ ਹਰ ਬੰਦਾ ਉਹ ਸਕੀਮਾਂ ਦੇ ਅਧੀਨ ਭਰਤੀਆਂ ਨੇ। ਕੋਈ ਐਸਐਸਏ ਦੇ ਅਧੀਨ ਭਰਤੀ ਹੈ, ਕੋਈ ਰਮਸਾ ਦੇ ਅਧੀਨ ਭਰਤੀ ਹੈ। ਜਦੋਂ ਸਕੀਮਾਂ ਖਤਮ ਹੋ ਜਾਂਦੀਆਂ ਤਾਂ ਇਹ ਸਾਰੇ ਓਵਰਏਜ ਹੋ ਚੁੱਕੇ ਹੁੰਦੇ ਉਦੋਂ ਤੱਕ, ਤੇ ਫਿਰ ਇਹ ਜਿਹੜੀਆਂ ਸਟੇਟ ਗਵਰਨਮੈਂਟਾਂ ਨੇ ਇਹ ਉਹਨਾਂ ਨੂੰ ਕਹਿ ਦਿੰਦੇ ਵੀ ਸਾਨੂੰ ਪੱਕਾ ਕਰੋ। ਤੇ ਕਿਉਂਕਿ ਆਏ ਉਦੋਂ ਉਹ ਚੋਰ ਦਰਵਾਜ਼ਿਆਂ 'ਚ ਹੁੰਦੇ ਨੇ, ਇਸ ਕਰਕੇ ਇੱਕ ਤਾਂ ਪਹਿਲੀ ਗੱਲ ਉੱਥੇ ਹੈ ਕਿ ਉਹ ਸਾਨੂੰ ਸਭ ਤੋਂ ਵੱਡਾ ਸੁਧਾਰ ਉੱਥੇ ਹੀ ਕਰਨਾ ਪਊਗਾ ਵੀ ਜੋ ਭਰਤੀ ਹੋਊਗੀ ਰੈਗੂਲਰ ਹੋਊਗੀ, ਰੈਗੂਲਰ ਤੋਂ ਬਿਨਾਂ ਕੋਈ ਭਰਤੀ ਨਹੀਂ ਹੋਏਗੀ। ਫਿਰ ਹੋਰ ਚੀਜ਼ਾਂ ਜੁੜ ਗਈਆਂ, ਜਦ ਦੀ ਮਿਡ ਡੇ ਮੀਲ ਆਈ ਹੈ, ਇਹਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਹੈ ਕਿ ਸਾਰਾ ਕੰਮ ਜਿਹੜਾ ਹੈਗਾ ਤੁਸੀਂ ਟੀਚਰਸ ਨੂੰ ਦੇ ਰੱਖਿਆ ਵੀ ਮਿਡ ਡੇ ਮੀਲ ਤਾਂ ਕਰਨਗੇ, ਪਰ ਉਹਨਾਂ ਦੀ ਸੁਪਰਵਿਜ਼ਨ ਜਿਹੜੀ ਹੈਗੀ ਹੈ ਉਹ ਟੀਚਰਸ ਕਰਨਗੇ। ਹੁਣ ਜਿਹੜੇ ਮਿਡ ਡੇ ਮੀਲ ਹੈ ਉਹਨਾਂ ਨੂੰ 1200 ਰੁਪਏ ਮਾਨਦੇਹ ਮਿਲਦਾ ਹੈ, ਮਾਨ ਭੱਤਾ ਜਿਹਨੂੰ ਅਸੀਂ ਕਹਿੰਦੇ ਹਾਂ। ਹੁਣ 1200 ਰੁਪਏ 'ਚ ਤੁਸੀਂ ਦੇਖੋ ਵੀ ਅੱਜ ਦੀ ਡੇਟ 'ਚ, ਔਰ ਕੰਮ ਸਾਰਾ ਦਿਨ ਲੱਗਦਾ ਉਹਨਾਂ ਦਾ। ਇਹ ਨਹੀਂ ਹੈਗਾ ਕਿ ਜਿਹੜਾ ਬੰਦਾ ਚਾਹੇ ਉਹ 3-4 ਘੰਟੇ ਵਾਸਤੇ ਹੀ ਖਾਣਾ ਬਣਾਏ, ਲੇਕਿਨ ਜਦੋਂ ਇੰਨੇ ਬੱਚੇ ਹੁੰਦੇ ਆ ਉਹਨਾਂ ਵਾਸਤੇ ਖਾਣਾ ਬਣਾਉਣਾ ਤਾਂ ਦਿਹਾੜੀ ਤਾਂ ਸਾਰੀ ਲੱਗ ਜਾਂਦੀ। ਉਹ ਕਿਤੇ ਹੋਰ ਤਾਂ ਨਹੀਂ ਜਾ ਸਕਦਾ ਨਾ ਉਸ ਟਾਈਮ ਤੱਕ। ਤਾਂ ਤੁਸੀਂ ਦੇਖੋ ਉਹਨਾਂ ਨੂੰ ਅਗਰ ਸਿਰਫ ਅਸੀਂ 1200 ਜਾਂ 1500 ਰੁਪਏ ਦੇ ਰਹੇ ਹਾਂ, ਇਹਦੇ ਬਾਰੇ ਵੀ ਗਵਰਨਮੈਂਟਾਂ ਨੂੰ ਸੋਚਣ ਦੀ ਲੋੜ ਹੈ ਕਿ ਯਾਰ ਘੱਟੋ ਘੱਟ ਉਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਧਰਨੇ ਪ੍ਰਦਰਸ਼ਨਾਂ ਲਈ ਮਜਬੂਰ ਕਰਦੀਆਂ ਨੇ ਉਹਨਾਂ ਨੂੰ ਤਾਂ ਘੱਟੋ ਘੱਟ ਠੀਕ ਕੀਤਾ ਜਾਏ। ਬਾਕੀ ਹਾਂ, ਰੈਗੂਲਰ EMPLOYEE ਅਗਰ ਕੋਈ ਕਰਦਾ ਹੈ ਜਿਹਨੂੰ ਤਨਖਾਹਾਂ ਵੀ ਠੀਕ ਵਧੀਆ ਮਿਲ ਰਹੀਆਂ ਨੇ ਔਰ ਸਿਰਫ ਉਹ ਇਸ ਕਰਕੇ ਕਰ ਰਿਹਾ ਵੀ ਮੇਰੀ ਪੋਸਟਿੰਗ ਸ਼ਹਿਰ ਦੇ ਨੇੜੇ ਕਰ ਦਿਓ, ਉਹਦੇ ਤੇ ਤਾਂ ਗਵਰਨਮੈਂਟ ਨੂੰ ਸਖਤੀ ਕਰਨੀ ਚਾਹੀਦੀ ਹੈ, ਉਹ ਕਰਨੀ ਬਣਦੀ ਹੈ। ਪਰ ਜਿਹੜੇ ਬੰਦੇ ਸਿਰਫ 1200 ਰੁਪਏ ਤੇ ਕੰਮ ਕਰਦੇ ਆ ਔਰ ਸਾਲਾਂ ਬੱਧੀ ਹੋ ਗਏ, ਉਹਨਾਂ ਨੂੰ ਅਗਰ ਉਹ ਆਪਣੇ ਪੈਸੇ ਵਧਾਉਣ ਲਈ ਤੁਹਾਨੂੰ ਚਿੱਠੀਆਂ ਪੱਤਰਾਂ ਪਹਿਲਾਂ ਦਿੰਦੇ ਨੇ, ਤੁਸੀਂ ਕੋਈ ਧਿਆਨ ਨਹੀਂ ਦਿੰਦੇ ਉਸ ਤੇ ਵੀ ਹਾਂ ਵੀ ਆਹ ਯੂਨੀਅਨ ਦੀ ਚਿੱਠੀ ਆਈ ਹੈ ਯਾਰ, ਇਸ ਤੋਂ ਦੇਖ ਲਓ, ਉਹਨੂੰ ਕਰ ਦਿਓ ਉਹਨਾਂ ਦਾ ਕੋਈ ਕੰਮ। ਜਦੋਂ ਉਹ ਪ੍ਰਦਰਸ਼ਨਾਂ ਤੇ ਆ ਜਾਂਦੇ ਨੇ ਆਪਾਂ ਧਿਆਨ ਉਦੋਂ ਦਿੰਦੇ ਆ ਜਦੋਂ ਉਹ ਸੜਕਾਂ ਰੋਕਣ ਤੇ ਆ ਜਾਂਦੇ ਆ। ਵਿੱਚ ਵਿਚਾਲੇ ਆਪਾਂ ਕੋਈ ਧਿਆਨ ਨਹੀਂ ਦਿੰਦੇ ਵੀ ਯਾਰ ਪਹਿਲੀ ਜਦੋਂ ਚਿੱਠੀ ਆਈ ਸੀ ਇਹਨੂੰ ਉਦੋਂ ਵੀ ਕੰਮ ਕਰ ਲੈਣਾ ਚਾਹੀਦਾ ਸੀਗਾ। ਫਿਰ ਤੀਸਰੀ ਗੱਲ ਹੈ, ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਦੋਂ ਵੀ ਇਹ ਪ੍ਰਦਰਸ਼ਨ ਹੁੰਦੇ ਨੇ ਤੁਸੀਂ ਦੇਖਿਓ ਸਭ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਕੋਲ ਪਹੁੰਚਦੀਆਂ ਵੀ ਸਾਡੀ ਸਰਕਾਰ ਬਣ ਲੈਣ ਦਿਓ, ਫਿਰ ਦੇਖਿਓ ਤੁਸੀਂ 5 ਮਿੰਟਾਂ 'ਚ ਤੁਹਾਡੀ ਹੱਲ ਕਰਕੇ ਪਰਾਂ ਮਾਰਾਂਗੇ। ਇਹੀ ਭੁਗਤ ਰਹੇ ਨੇ ਹੁਣ ਜਿਹੜੇ ਆਮ ਆਦਮੀ ਪਾਰਟੀ ਨੇ, ਚਾਹੇ ਪਿਛਲੀ ਵਾਰ ਕਾਂਗਰਸ ਨੇ ਭੁਗਤਿਆ। ਜਦੋਂ ਤੁਸੀਂ ਕਿਸੇ ਵੀ EMPLOYEE ਦਾ ਜਾਂ ਜਿਹੜੇ ਯੂਨੀਅਨਿਸਟ ਹੈਗੇ ਨੇ ਉਹਨਾਂ ਦਾ ਮਤਲਬ ਅਪੇक्षा ਦਾ ਲੈਵਲ ਬਹੁਤ ਉੱਪਰ ਕਰ ਦੋਗੇ ਤੇ ਬਾਅਦ ਚੋਂ ਕੰਮ ਜਦੋਂ ਤੁਸੀਂ ਸੱਤਾ 'ਚ ਖੁਦ ਆਓਗੇ ਤੇ ਨਹੀਂ ਕਰ ਪਾਓਗੇ ਤਾਂ ਫਿਰ ਤੁਹਾਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਣਗੀਆਂ ਹੀ ਆਣਗੀਆਂ। ਔਰ ਇਹੀ ਹੁਣ ਆਮ ਆਦਮੀ ਪਾਰਟੀ ਨਾਲ ਹੋ ਰਿਹਾ। ਦੇਖੋ, ਘੱਟੋ ਘੱਟ ਵੇਤਨ ਮਿਨੀਮਮ ਵੇਜਸ ਤਾਂ ਦੇਣੇ ਹੀ ਚਾਹੀਦੇ ਆ, ਭਾਵੇਂ ਉਹ ਮਿਡ ਡੇ ਮੀਲ ਕੁੱਕ ਹੀ ਹੋਣ। ਰੋਟੀ ਪਕਾਉਣਾ ਸੌਖਾ ਕੰਮ ਥੋੜੀ ਹੈ। ਸਰਕਾਰਾਂ ਨੂੰ ਤਾਂ ਇੱਥੇ ਧਿਆਨ ਦੇਣਾ ਹੀ ਚਾਹੀਦਾ ਕਿ ਮੈਨੂੰ ਲੱਗਦਾ ਜਿਹੜਾ ਘੱਟੋ ਘੱਟ ਉਜਰਤ ਆ ਦਿਹਾੜੀ ਦੇ ਰੂਪ 'ਚ ਜਿਹੜੀ ਤੁਸੀਂ ਮਨਰੇਗਾ ਦੇ ਤਹਿਤ ਵੀ ਦੇ ਰਹੇ ਹੋ ਜਾਂ ਬਾਕੀ, ਉਹ ਇੱਥੇ ਵੀ ਲਾਗੂ ਕਰੋ, ਕਰਨੀ ਬਣਦੀ ਆ। ਵੈਸੇ ਸੰਜੇ ਸਿੰਘ ਵਾਲੀ ਗੱਲ ਮੈਂ ਆਪ ਹੀ ਕਰਕੇ ਮੁਕਾ ਦਿੰਦਾ ਹੈ। ਮੈਨੂੰ ਲੱਗਦਾ ਕਿ ਸੰਜੇ ਸਿੰਘ ਨੇ ਜਿਸ ਦਿਨ ਮੰਗਿਆ ਸੀ ਨਾ ਕਿ ਮੈਨੂੰ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਦਿਓ, ਈਡੀ ਦੇ ਸਾਰੇ ਵੱਡੇ ਅਧਿਕਾਰੀਆਂ ਦੇ ਖਿਲਾਫ ਉਹਨਾਂ ਨੇ ਪਰਮਿਸ਼ਨ ਮੰਗੀ ਸੀ ਮੇਰਾ ਖਿਆਲ। ਤੇ ਉਸ ਤੋਂ ਬਾਅਦ ਕਿਉਂਕਿ ਈਡੀ ਨੇ ਕੋਰਟ ਦੇ ਵਿੱਚ ਇਹ ਕਹਿਤਾ ਸੀਗਾ ਕਿ ਸਾਡੇ ਕੋਲੋਂ ਗਲਤੀ ਨਾਲ ਅੰਦਰਾਜ ਹੋ ਗਿਆ, ਨਾ ਇਹਨਾਂ ਦਾ ਨਾਮ ਪੈਂਦਾ ਨਹੀਂ ਜੀ ਐਕਸਾਈਜ਼ ਘੁਟਾਲੇ, ਕਥਿਤ ਘੁਟਾਲੇ ਦੇ ਵਿੱਚ। ਤੇ ਪਰ ਸੰਜੇ ਸਿੰਘ ਕਿੱਥੇ ਟਲੇ ਸੀ, ਉਹਨਾਂ ਕੋਰਟ 'ਚ ਸ਼ਾਇਦ ਅਰਜੀ ਲਾਈ ਸੀ, ਮੇਰੇ ਖਿਆਲ ਸਪੀਕਰ ਨੂੰ ਵੀ ਦਿੱਤਾ ਸੀ ਉਹਨਾਂ ਨੇ ਕਿ ਮੈਨੂੰ ਜੀ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ, ਮੈਂ ਕਾਨੂੰਨੀ ਕਾਰਵਾਈ ਕਰਨਾ ਚਾਹੁੰਦਾ, ਪਰਮਿਸ਼ਨ ਦਿਓ, ਮੇਰੇ ਨਾਂ ਨੂੰ ਖਰਾਬ ਕੀਤਾ। ਅਗਲੇ ਹੁਣ ਸਿੱਧੇ ਹੋ ਕੇ ਨਾਂ ਹੀ ਖਰਾਬ ਕਰਨ ਤੇ ਆ ਗਏ। ਉਹਨਾਂ ਦੇ ਇੱਕ ਪੀਏ ਤੇ ਇੱਕ ਤੇ ਹੋਰ ਦੇ ਘਰੇ ਟਿਕਾਣਿਆਂ ਤੇ ਛਾਪੇ ਮਾਰ ਲਏ। ਉਹ ਫਿਰ ਹੁਣ ਸੰਜੇ ਸਿੰਘ ਕਹਿੰਦੇ ਬਦਲਾਖੋਰੀ ਹੋ ਰਹੀ ਆ। ਆਪਾਂ ਨਜ਼ਰ ਟਿਕਾ ਕੇ ਰੱਖਾਂਗੇ ਇਹਦੇ ਤੇ ਕਿ ਕਿਹੜੀ ਬਦਲਾਖੋਰੀ ਕਿੱਥੇ ਜਾ ਕੇ ਹੋ ਰਹੀ ਆ, ਕਿਸ ਲੈਵਲ ਤੇ ਗਲਤੀਆਂ ਹੋ ਰਹੀਆਂ। ਤੇ ਆਪਾਂ ਇਹਨਾਂ ਮਾਮਲਿਆਂ ਨੂੰ ਫਿਲਹਾਲ ਛੱਡਦੇ ਹਾਂ। ਭਾਸਕਰ ਸਾਹਿਬ, ਆਖਰੀ ਮਾਮਲਾ ਲਈਏ, ਜਿਹੜਾ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਪ੍ਰਸਾਰਨ ਦਾ ਅਧਿਕਾਰ ਹੁਣ ਦੇਣਾ, ਜੁਲਾਈ ਦੇ ਵਿੱਚ PTC ਨਾਲ ਇਕਰਾਰਨਾਮਾ ਮੁੱਕ ਰਿਹਾ।
ਵੈਸੇ ਤਾਂ ਇੱਕ ਨੁਕਤਾ ਕੱਲ ਇੱਕ ਸਾਬਕਾ ਸਕੱਤਰ ਸਰਦਾਰ ਕੁਲਵੰਤ ਸਿੰਘ ਰੰਧਾਵਾ ਉਹਨਾਂ ਨੇ ਉਠਾਇਆ ਸੀ। ਉਹ ਮੈਨੂੰ ਕਹਿੰਦੇ ਨੇ ਕਿ ਇਸ ਮਾਮਲੇ ਨੇ 2012 ਦੇ ਵਿੱਚ ਉਦੋਂ ਐਗਰੀਮੈਂਟ ਕਰਾਰਨਾਮਾ ਰੀਨਿਊ ਹੋਇਆ ਸੀਗਾ, ਜਦੋਂ ਕੋਈ ਵੀ ਚੁਣੀ ਹੋਈ ਰਜੀਮ ਨਹੀਂ ਸੀ। ਉਦੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਅੰਤਰਿਮ ਤਰੀਕੇ ਨਾਲ ਇੱਕ ਰਾਹਤ ਸੀ ਕਿ ਜਿਹੜੀ ਅਵਤਾਰ ਸਿੰਘ ਮੱਕੜ ਦੀ ਅਗਵਾਈ 'ਚ, ਮਰਹੂਮ ਮੱਕੜ ਦੀ ਅਗਵਾਈ 'ਚ ਜਿਹੜੀ ਐਗਜ਼ੈਕਟਿਵ ਬਾਡੀ ਸੀ, ਉਹਨੂੰ ਕੰਮ ਕਰਦੇ ਰਹਿਣ ਦੀਆਂ ਤਾਕਤਾਂ ਮਿਲੀਆਂ ਸੀ। ਉਦੋਂ ਕੋਈ ਵੀ ਚੁਣਿਆ ਹੋਇਆ ਸਦਨ, ਕੋਈ ਹਾਊਸ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਐਗਜ਼ਿਸਟ ਹੀ ਨਹੀਂ ਸੀ ਕਰ ਰਿਹਾ। ਉਹ ਕਹਿੰਦੇ ਉਦੋਂ ਤਾਂ ਸਭ ਕੁਝ ਖਲਾ 'ਚ ਸੀ, ਜਦੋਂ ਇਹ ਉਹਨਾਂ ਨੂੰ ਤਾਂ ਅਖਤਿਆਰ ਹੀ ਨਹੀਂ ਸੀ 2012 ਦੇ ਵਿੱਚ ਕੋਈ ਇਸ ਤਰ੍ਹਾਂ ਦਾ ਐਗਰੀਮੈਂਟ ਰੀਨਿਊ ਕਰਨ ਦਾ। ਹੁਣ ਮੈਨੂੰ ਟੈਕਨੀਕਲਿਟੀਜ਼ ਇਹਦੀਆਂ ਨਹੀਂ ਪਤਾ। ਬੀਬੀ ਜਗੀਰ ਕੌਰ ਕਹਿੰਦੇ ਆ ਕਿ ਇਹ ਜਿਹੜੇ ਤੁਸੀਂ ਟੈਂਡਰ ਕਾਲ ਕਰ ਰਹੇ ਹੋ, ਇਹ ਟੈਂਡਰ ਕਾਲ ਕਰਨ ਦੀ ਬਜਾਏ ਆਪਣਾ ਕਿਉਂ ਨਹੀਂ ਇੰਸਟਾਲ ਕਰਦੇ ਚੈਨਲ? ਤੇ ਇਹੀ ਕਰਨੈਲ ਸਿੰਘ ਪੰਜੋਲੀ ਕਹਿ ਰਹੇ, ਤੁਸੀਂ ਦੋਵਾਂ ਦੀ ਆਪਣੀ ਰਾਏ ਮੈਨੂੰ ਇੱਥੇ, ਤੁਸੀਂ ਪੜਿਆ ਹੋਣਾ ਕਿ ਇਹ ਮਾਮਲਾ ਸੱਚਮੁੱਚ ਐਸਜੀਪੀਸੀ ਲਈ ਐਡਰੈਸ ਕਰਨਾ ਥੋੜਾ ਜਿਹਾ ਔਖਾ ਹੋ ਗਿਆ। ਖੁਦ ਐਸਜੀਪੀਸੀ ਦੇ ਮੁਖੀ ਧਾਮੀ ਸਾਹਿਬ ਕਹਿੰਦੇ ਨੇ ਸਾਡਾ ਇੱਕ ਕੰਟਰੈਕਟ ਹੋਇਆ ਹੋਇਆ, ਐਗਰੀਮੈਂਟ ਹੋਇਆ ਹੈ ਜਿਹੜਾ 24 ਜੁਲਾਈ ਨੂੰ ਖਤਮ ਹੋ ਰਿਹਾ। ਇਹ ਮਾਮਲਾ ਰੋਲਾ ਇਸ ਕਰਕੇ ਵੀ ਪੈ ਗਿਆ ਜਦ ਭਗਵੰਤ ਮਾਨ ਮੁੱਖ ਮੰਤਰੀ ਉਹਨਾਂ ਨੇ ਆਫਰ ਕਰਤੀ ਕਿ ਵੀ ਆਪ ਦਾ ਚੈਨਲ ਚਲਾਓ, ਜਿੰਨਾ ਪੈਸਾ ਚਾਹੀਦਾ ਅਸੀਂ ਦੇਵਾਂਗੇ ਔਰ ਤੁਸੀਂ ਉਹਨੂੰ ਫ੍ਰੀ ਟੂ 에ਅਰ ਕਰ ਦਿਓ। ਇਸ ਗੱਲ ਦਾ ਜਵਾਬ ਸਿੱਧੇ ਤੌਰ ਤੇ ਧਾਮੀ ਸਾਹਿਬ ਨੇ ਨਹੀਂ ਦਿੱਤਾ, ਪਰ ਇਹ ਗੱਲ ਗਈ ਕਿ ਕੋਈ ਵੀ ਇਲੀਗਲ ਚੀਜ਼ ਜਾਂ ਕਿਸੇ ਵੀ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਇਹ ਐਗਰੀਮੈਂਟ ਪੀਟੀਸੀ ਦੇ ਨਾਲ ਨਹੀਂ ਹੋਇਆ। ਇਹ ਐਗਰੀਮੈਂਟ 24 ਜੁਲਾਈ ਨੂੰ ਹੋਏਗਾ, ਟੈਂਡਰ ਸੱਦੇ ਜਾਣਗੇ, ਵਰਲਡ ਵਾਈਡ ਨੈਟਵਰਕ ਜਿਸ ਵੀ ਟੀਵੀ ਚੈਨਲ ਦਾ ਹੋਏਗਾ ਉਹਨੂੰ ਇਨਵਾਈਟ ਕੀਤਾ ਜਾਏਗਾ, ਜਿਹੜਾ ਮਰਜ਼ੀ ਲੈ ਜਾਏ। ਬੀਬੀ ਜਗੀਰ ਕੌਰ ਨੇ ਕਿਹਾ ਆਪਣਾ ਚੈਨਲ ਸ਼ੁਰੂ ਕਰੋ, ਪੰਜੋਲੀ ਸਾਹਿਬ ਵੀ ਇਹ ਕਹਿੰਦੇ ਨੇ। ਇਹ ਮੁੱਦਾ ਇਸ ਕਰਕੇ ਵੀ ਇੰਪੋਰਟੈਂਸ ਰੱਖਦਾ ਕਿ ਪੀਟੀਸੀ ਚੈਨਲ ਹੈਗਾ ਸੁਖਬੀਰ ਸਿੰਘ ਬਾਦਲ ਉਹਨਾਂ ਦਾ, ਔਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਉਸ ਕੰਟਰੈਕਟ ਜਾਂ ਐਗਰੀਮੈਂਟ ਕਰਨ ਦੇ ਵਾਸਤੇ ਰਿਸਪੌਂਸਿਬਲ ਠਹਿਰਾਉਣ ਦੇ ਉੱਤੇ ਜਦ ਵੀ ਧਾਮੀ ਸਾਹਿਬ ਕੋਈ ਵੀ ਸਪਸ਼ਟੀਕਰਨ ਦਿੰਦੇ ਨੇ, ਉੱਥੇ ਉਹੀ ਨੈਰੇਟਿਵ ਸੈੱਟ ਹੁੰਦਾ ਜਿਹੜੇ ਅਗਲੀ ਵਿਰੋਧੀ ਪਾਰਟੀਆਂ ਕਹਿ ਲਓ ਜਾਂ ਵਿਰੋਧੀ ਲੀਡਰ ਕਹਿ ਲਓ ਜਿਸ ਤਰੀਕੇ ਦਾ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੇ ਨੇ। ਟੈਕਨੀਕਲ ਤੌਰ ਤੇ ਇਸ ਐਗਰੀਮੈਂਟ ਦੇ ਵਿੱਚ ਕੋਈ ਖਾਮੀ ਹੋਏ ਜਾਂ ਨਹੀਂ ਹੋਏ, ਪਰ ਇਹ ਮੁੱਦਾ ਅਕਾਲੀ ਪੰਥਕ ਸਿਆਸਤ ਦੇ ਵਿੱਚ ਵੀ ਔਰ ਸੂਬੇ ਦੀ ਸਿਆਸਤ ਦੇ ਵਿੱਚ ਵੀ ਬੜਾ ਪ੍ਰੋਮੀਨੈਂਟ ਬਣਿਆ ਹੋਇਆ। ਹੁਣ ਅੱਗੇ ਚੱਲ ਕੇ 24 ਜੁਲਾਈ ਨੂੰ ਫਿਰ ਪੀਟੀਸੀ ਅਗਰ ਇਸ ਐਗਰੀਮੈਂਟ ਨੂੰ ਸਾਈਨ ਕਰਵਾ ਲੈਂਦੇ ਨੇ ਔਰ ਪੂਰੀ ਸ਼ਰਤਾਂ ਦੇ ਹਿਸਾਬ ਨਾਲ ਵੀ ਕਰਾਉਂਦੇ ਨੇ, ਤਦ ਵੀ ਇਹ ਕੰਟਰੋਵਰਸੀ ਬਣੀ ਰਹੇਗੀ। ਹੁਣ ਜਾਂ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਬਕਾਇਦਾ ਉਹ ਪੀਟੀਸੀ ਚੈਨਲ ਉਹ ਐਸਜੀਪੀਸੀ ਦੇ ਨਾਂ ਤੇ ਹੀ ਕਰ ਦੇਣ ਕਿ ਵੀ ਕਰਤਾ ਨਾ, ਅਸੀਂ ਪੰਥ ਦੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹਾਂ। ਪਰ ਇਹ ਗੱਲਾਂ ਦੇਖੋ ਕਿੰਨੀ ਅੱਗੇ ਤੱਕ ਜਾਂਦੀ ਹੈ, ਪਰ ਮੁੱਦਾ ਕੰਟਰੋਵਰਸ਼ੀਅਲ ਹਜੇ ਵੀ ਬਣਿਆ ਹੋਇਆ। ਇੰਦਰਪ੍ਰੀਤ ਜੀ ਇੱਥੇ ਆਖਰੀ ਰਾਏ। ਰੰਧਾਵਾ ਸਾਹਿਬ, ਇਹ ਬੜਾ ਟੈਕਨੀਕਲ ਇਸ਼ੂ ਹੈ। ਬਿਲਕੁਲ ਇਹ ਗੱਲ ਤਾਂ ਬਿਲਕੁਲ ਠੀਕ ਹੈ ਕਿ ਗੁਰਬਾਣੀ ਦਾ ਤਾਂ ਵਪਾਰ ਨਹੀਂ ਹੋਣਾ ਚਾਹੀਦਾ। ਬਹੁਤ ਸਾਲਾਂ ਤੋਂ ਦੇਖੋ 1980 ਤੋਂ ਹੀ ਚੱਲਦਾ ਆ ਰਿਹਾ ਹੈ ਕਿ ਗੁਰਬਾਣੀ ਜਿਹੜੀ ਹੈਗੀ ਹੈ ਉਹ ਲੋਕਾਂ ਤੱਕ ਪਹੁੰਚੇ, ਘਰ ਘਰ ਤੱਕ ਪਹੁੰਚੇ। ਅੱਜ ਟੀਵੀ ਚੈਨਲ, ਯੂਟਿਊਬ, ਬਹੁਤ ਸੰਸਾਧਨ ਆ ਗਿਆ, ਲੇਕਿਨ ਤੁਹਾਨੂੰ ਯਾਦ ਹੋਊਗਾ 1982 ਵਾਲੇ ਮੋਰਚੇ ਦੇ ਵਿੱਚ ਇਹ ਵੀ ਇੱਕ ਮੰਗ ਹੁੰਦੀ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਰੇਡੀਓ ਦਾ ਇੱਕ ਵੱਡਾ ਟਰਾਂਸਮਿਸ਼ਨ ਫਿੱਟ ਕੀਤਾ ਜਾਏ ਤਾਂ ਕਿ ਸਾਰੇ ਜਗ੍ਹਾ ਤੇ ਇਹ ਪਹੁੰਚ ਸਕੇ। ਅੱਜ ਤਾਂ ਇੰਨਾ ਕੁਝ ਹੈਗਾ, ਇੰਨੇ ਵੱਡੇ ਵੱਡੇ ਸੰਸਾਧਨ ਆ ਗਏ ਔਰ ਫ੍ਰੀ ਟੂ 에ਅਰ ਆ ਗਏ, ਫਿਰ ਇਸ ਤਰ੍ਹਾਂ ਦੇ ਕਿਉਂ ਨਹੀਂ ਅਸੀਂ ਕਰ ਪਾ ਰਹੇ? ਇਹਦੇ ਵਿੱਚ ਇਹ ਕਿਤੇ ਨਾ ਕਿਤੇ ਲੱਗਦਾ ਵੀ ਕੋਈ ਚੀਜ਼ ਏਦਾਂ ਦੀ ਹੈ ਜੋ ਤੁਸੀਂ ਆਪਣੇ ਕਬਜ਼ੇ 'ਚ ਹੀ ਰੱਖਣਾ ਚਾਹੁੰਦੇ ਹੋ ਜਾਂ ਉਹਦੇ ਰਾਹੀਂ ਕੁਝ ਹੋਰ ਕਰਨਾ ਚਾਹੁੰਦੇ ਹੋ। ਸੋ ਇਦਾਂ ਦੀ ਮੈਨੂੰ ਲੱਗਦਾ ਕਿ ਜਿਹੜੀ ਉਹ ਹੈਗੀ ਹੈ, ਇਹਨਾਂ ਨੇ ਧਾਮੀ ਸਾਹਿਬ ਨੇ ਕਿਹਾ ਵੀ ਅਸੀਂ ਟੈਂਡਰ ਕਰਾਂਗੇ, ਟੈਂਡਰ ਦੇ ਵਿੱਚ ਜਿਸ ਕਿਸਮ ਦੀਆਂ ਸ਼ਰਤਾਂ ਦੱਸੀਆਂ ਜਾ ਰਹੀਆਂ ਨੇ ਕਿ ਉਹ ਵਰਲਡ ਵਾਈਡ ਹੋਣਾ ਚਾਹੀਦਾ। ਕਿਉਂ ਵਰਲਡ ਵਾਈਡ ਹੋਣਾ ਚਾਹੀਦਾ? ਜੇ ਮੈਂ ਇੱਕ ਲੋਕਲ ਆਪਣੇ ਚੰਡੀਗੜ੍ਹ ਸ਼ਹਿਰ ਵਾਸਤੇ ਹੀ ਕੁਝ ਕਰਨਾ ਚਾਹੁੰਦਾ ਤਾਂ ਕੀ ਮੈਨੂੰ ਇਜਾਜ਼ਤ ਨਹੀਂ ਹੋਏਗੀ? ਇਸ ਤਰ੍ਹਾਂ ਦੀ ਸ਼ਰਤਾਂ ਕਿਉਂ ਲਾ ਰਹੇ ਹੋ ਵੀ ਤੂੰ ਸਾਰਿਆਂ ਨੂੰ ਹੀ ਦੇ ਦਿਓ, ਜਿਹੜਾ ਉਹ ਕਰਨਾ ਚਾਹੇ ਉਹ ਕਰ ਲੇ। ਸੋ ਮੈਨੂੰ ਲੱਗਦਾ ਕਿ ਇਹ ਕੋਈ ਜ਼ਿਆਦਾ ਉਹ ਨਹੀਂ ਹੈ। ਫਿਰ ਗੱਲ ਉੱਥੇ ਹੀ ਲੈ ਕੇ ਆਈ ਜਾ ਰਹੀ ਹੈ, ਚਾਹੇ ਟੈਂਡਰ ਕਾਲ ਕੀਤੇ ਜਾ ਰਹੇ ਨੇ, ਪਰ ਗੱਲ ਉੱਥੇ ਹੀ ਲੈ ਕੇ ਆਈ ਜਾ ਰਹੀ ਹੈ ਕਿ ਲਏ ਉਹੀ ਜਿਹੜੇ ਨੂੰ ਉਹਨਾਂ ਨੇ ਦੇਣਾ ਚਾਹੁੰਦੇ ਆ। ਜੀ, ਇਹ ਸਵਾਲ ਕਾਫੀ ਅਹਿਮ ਆ। ਸ਼੍ਰੋਮਣੀ ਕਮੇਟੀ ਆਪਣਾ ਇਸ ਤਰ੍ਹਾਂ ਦਾ ਪ੍ਰਬੰਧ ਕਰ ਲਏ ਤੇ ਉਸ ਤੋਂ ਬਾਅਦ ਜਿਹਨੇ ਉੱਥੋਂ ਅੱਗੇ ਪ੍ਰਸਾਰਿਤ ਕਰਨਾ ਹੈ ਉਹ ਸ਼੍ਰੋਮਣੀ ਕਮੇਟੀ ਤੋਂ ਪਰਮਿਸ਼ਨ ਲੈ ਲਏ, ਇਹ ਵੀ ਹੋ ਸਕਦਾ ਹੈ। ਔਰ ਉਹਦੀ ਕੋਈ ਨੋਮੀਨਲ ਫੀਸ ਵੀ ਰੱਖ ਦਿੱਤੀ ਜਾਵੇ, ਉਹਦੇ ਨਾਲ ਕੁਝ ਸ਼ਰਤਾਂ ਵੀ ਤੁਸੀਂ ਲਾ ਸਕਦੇ ਹੋ। ਉਹਦੇ ਨਾਲ ਤੁਸੀਂ ਸ਼ਰਤ ਰੱਖ ਸਕਦੇ ਹੋ ਕਿ ਇਹ ਮੋਨੇਟਾਈਜ਼ ਨਹੀਂ ਹੋਏਗੀ, ਵੀਡੀਓ ਤੇ ਕੋਈ ਐਡ ਨਹੀਂ ਚੱਲੇਗੀ, ਭਾਵੇਂ ਉਹ
ਕੋਈ ਵੀ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੋਵੇ, ਤੇ ਜਿਹੜੇ ਇਲੈਕਟ੍ਰੋਨਿਕ ਚੈਨਲ ਆ ਜਿਸ ਵੇਲੇ ਵੀ ਉਹ ਚਲਾਉਣਾ ਚਾਹੁੰਦੇ ਆ, ਸ਼੍ਰੋਮਣੀ ਕਮੇਟੀ ਇਹਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੱਖ ਆਸਣ ਤੱਕ ਜਿੰਨਾ ਵੀ ਪ੍ਰਸਾਰਨ ਦੇਣਾ ਚਾਹੁੰਦੀ, ਮੇਰੇ ਖਿਆਲ ਤਾਂ ਸਾਰਾ ਹੀ ਦੇਣਾ ਚਾਹੀਦਾ ਲਗਾਤਾਰ, ਤੇ ਉਸ ਤੋਂ ਬਾਅਦ ਇਤਿਹਾਸਕ ਚੀਜ਼ਾਂ ਪੇਸ਼ ਕਰਨੀਆਂ ਚਾਹੀਦੀਆਂ, ਸਿੱਖ ਹਿਸਟਰੀ ਨੂੰ ਰੂਪਮਾਨ ਕਰਨਾ ਚਾਹੀਦਾ। ਇਹ ਸਾਰੇ ਦਾ ਸਾਰਾ ਸਮਾਂ ਜਿਹੜਾ ਜੇ ਕੋਈ ਕਿਸੇ ਵੇਲੇ ਇਹਨੂੰ ਪ੍ਰਸਾਰਿਤ ਕਰਨਾ ਚਾਹੁੰਦਾ ਤੇ ਉਹ ਸ਼੍ਰੋਮਣੀ ਕਮੇਟੀ ਤੋਂ ਪਰਮਿਸ਼ਨ ਲੈ ਕੇ ਕਰ ਲੇ, ਤੇ ਉਹਦੇ ਵਿੱਚ ਤੁਸੀਂ ਉਹਨਾਂ ਹਰ ਬੰਦੇ ਤੇ ਸਾਹਮਣੇ ਸ਼ਰਤਾਂ ਵੀ ਲਾ ਦਿਓ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।